ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ਼ਲੋਕ ਸੁਖੀ ਵਸੈ ਮਸਕੀਨੀਆ ਆਪ ਨਿਵਾਰ ਤਲੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਸਾਹਿਬ ਜੀ ਦੇ ਸਾਜੇ ਨਵਾਜੇ ਗੁਰੂ ਸਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਮਨ ਬਿਰਤੀਆਂ ਇਕਾਗਰ ਕਰੋ। ਸਤਿਗੁਰਾਂ ਦੀ ਅੰਮ੍ਰਿਤਮਈ ਬਾਣੀ ਦੀ ਜੋ ਲੜੀਵਾਰ ਕਥਾ ਦਾ ਪ੍ਰਵਾਹ ਚੱਲ ਰਿਹਾ ਹੈ, ਪਿੱਛੇ 11 ਅਸ਼ਟਪਦੀਆਂ ਸੰਪੂਰਨ ਹੋ ਚੁੱਕੀਆਂ ਹਨ। 12ਵੀਂ ਅਸ਼ਟਪਦੀ ਅੱਜ ਆਰੰਭ ਹੋ ਰਹੀ ਹੈ। 11ਵੀਂ ਅਸ਼ਟਪਦੀ ਦੇ ਅੰਦਰ ਪਰਮੇਸ਼ਰ ਵਾਹਿਗੁਰੂ ਜੋ ਸੰਸਾਰ ਦਾ ਕਾਰਨ ਰੂਪ ਵੀ ਹੈ ਤੇ ਕਾਰਜ ਰੂਪ ਵੀ ਹੈ, ਆਪ ਅਭਿੰਨ ਉਪਾਦਾਨ ਵੀ ਤੇ ਨਿਮਿਤ ਵੀ। ਤੋ ਐਸਾ ਜੋ ਪਰਮੇਸ਼ਰ ਵਾਹਿਗੁਰੂ ਹੈ ਤੇ ਉਹ ਆਪ ਹੀ ਸਾਰੇ ਕਰਨ ਕਰਾਉਣ ਵਾਲਾ ਸਮਰੱਥ ਸ਼ਕਤੀਮਾਨ ਹੈ। ਉਹਦੀ ਸਾਰੀ ਵਿਆਖਿਆ ਕੀਤੀ, ਬੜੇ ਪ੍ਰਮਾਣ ਦਿੱਤੇ ਹੈ। ਇਸ ਤੋਂ ਅੱਗੇ ਹੁਣ ਨਿਮਰਤਾ ਦਾ ਪੱਖ ਵੀ ਦੱਸਣਗੇ, ਔਰ ਜੋ ਹੰਕਾਰ ਕਰਨ ਵਾਲੇ ਨੇ ਉਹਨਾਂ ਦੀ ਜੋ ਹਾਲਤ ਹੈ ਉਹ ਵੀ ਦੱਸਣ। ਜਿਹੜੀ ਵਸਤੂ ਦਾ ਜੋ ਹੰਕਾਰ ਕਰਦਾ ਹੈ, ਇਸ ਪ੍ਰਕਾਰ ਫਿਰ ਉਹਨੂੰ ਕੀ ਫਲ ਪ੍ਰਾਪਤ ਹੁੰਦਾ ਹੈ, ਇਹ ਅਸ਼ਟਪਦੀ ਦੇ ਅੰਦਰ ਖੋਲ ਕੇ ਸਤਿਗੁਰੂ ਮਹਾਰਾਜ ਸਾਹਿਬ ਜੀ ਦੱਸਣਗੇ। ਆਓ ਜਿਸ ਪ੍ਰਕਾਰ ਸਤਿਗੁਰੂ ਕਿਰਪਾ ਕਰਦੇ ਆ ਸੁਣੋ ਜੀ। ਸ਼ਲੋਕ ਸੁਖੀ ਬਸੈ ਮਸਕੀਨੀਆ ਆਪ ਨਿਵਾਰ ਤਲੇ। ਤੇ ਮਹਾਰਾਜ ਸਾਹਿਬ ਜੀ ਨੇ ਇਹ ਜਿਹੜਾ ਸ਼ਲੋਕ ਹੈ 12ਵਾਂ ਸ਼ਲੋਕ, ਇਹਦੀ ਸਾਧ ਸੰਗਤ ਜੀ ਆਪਣੀ ਇੱਕ ਵਿਆਖਿਆ ਹੈ ਕਿ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਕਰਨ ਕਾਰਨ ਜੋਤੀ ਸਰੂਪ ਗੁਰੂ ਨਾਨਕ ਦੇ 5ਵੇਂ ਸਰੂਪ ਸਤਿਗੁਰੂ ਜੀ ਜਿਸ ਵੇਲੇ ਅੰਮ੍ਰਿਤਸਰ ਸਾਹਿਬ ਦੀ ਧਰਤੀ ਦੇ ਵਿੱਚ ਵਿਰਾਜਮਾਨ ਸਨ, ਉਸ ਵੇਲੇ ਇੱਕ ਸਿੱਖ ਸਿੱਖੀ ਦੀ ਜਾਚਨਾ ਕਰਨ ਵਾਸਤੇ ਮਹਾਰਾਜ ਸਾਹਿਬ ਜੀ ਦੇ ਕੋਲ ਆਇਆ ਕਿ ਗਰੀਬ ਨਿਵਾਜ ਆਪ ਕਿਰਪਾ ਕਰੋ, ਮੈਨੂੰ ਸਿੱਖੀ ਦਾ ਦਾਨ ਬਖਸ਼ੋ। ਸਤਿਗੁਰੂ ਮਹਾਰਾਜ ਸਾਹਿਬ ਜੀ ਕਹਿਣ ਲੱਗੇ, ਸਿੱਖਾ ਸਿੱਖੀ ਬਹੁਤ ਮਹਿੰਗੀ ਪਏਗੀ, ਸਿੱਖੀ ਦੀ ਜਾਚਨਾ ਕਰਨੀ ਸੌਖੀ ਹੈ, ਸਿੱਖੀ ਨਿਭਾਉਣੀ ਬਹੁਤ ਔਖੀ ਹੈ। ਇਸ ਕਰਕੇ ਤੂੰ ਸਿੱਖੀ ਦੀ ਜਾਚਨਾ ਕੀਤੀ ਹੈ, ਪਰ ਤੂੰ ਨਿਭਾ ਸਕੇਂਗਾ ਸਿੱਖੀ? ਤੈਨੂੰ ਪਤਾ ਵੀ ਸਿੱਖੀ ਕਿੰਨੀ ਔਖੀ ਹੈ ਨਿਭਾਉਣੀ। ਬਾਰ-ਬਾਰ ਕਹਿੰਦਾ, ਨਹੀਂ ਮਹਾਰਾਜ ਸਿੱਖੀ ਜ਼ਰੂਰ ਬਖਸ਼ੋ। ਕਹਿੰਦੇ ਚੰਗਾ, ਫਿਰ ਮੈਂ ਤੈਨੂੰ ਪਹਿਲਾਂ ਥੋੜਾ ਜਿਹਾ ਸਿੱਖੀ ਦਾ ਨਮੂਨਾ ਦਿਖਾਉਣਾ। ਮਹਾਰਾਜ ਸਾਹਿਬ ਜੀ ਨੇ ਹੁਕਮਨਾਮਾ ਲਿਖਿਆ ਤੇ ਹੁਕਮਨਾਮਾ ਲਿਖ ਕੇ ਉਹ ਸਿੱਖ ਦੇ ਹੱਥ ਫੜਾ ਦਿੱਤਾ। ਵੀ ਪੁਰਾਣੇ ਸਮੇਂ 'ਚ ਲੋਕੀ ਚਿੱਠੀ ਖੋਲ ਕੇ ਪੜ੍ਹਿਆ ਨਹੀਂ ਸੀ ਕਰਦੇ ਕਿਸੇ ਦੀ, ਪਰ ਗੁਰੂ ਸਾਹਿਬ ਦੇ ਹੁਕਮਨਾਮੇ ਨੂੰ ਤਾਂ ਕਿਸੇ ਦੀ ਹਿੰਮਤ ਹੀ ਨਹੀਂ ਕੋਈ ਪੜ੍ਹ ਕੇ ਬੰਦ ਕਰ ਦਿੱਤਾ। ਨਾਲ ਹੁਕਮ ਕਰ ਦਿੱਤਾ ਕਿ ਫਲਾਣੇ ਨਗਰ ਦੇ ਵਿੱਚ ਫਲਾਣਾ ਇੱਕ ਸਿੱਖ ਹੈ, ਉਹਨੂੰ ਜਾ ਕੇ ਮੇਰਾ ਹੁਕਮਨਾਮਾ ਦੇ, ਔਰ ਨਾਲ ਇੱਕ ਜਵਾਨੀ ਹੁਕਮ ਸੁਣਾ ਦੇ। ਇਹਦੇ ਵਿੱਚ ਜਾਂ ਜੋੜ ਲਿਖਿਆ ਹੈ, ਉਹਨੂੰ ਕਹੀਂ ਕਿ ਭਾਈ ਹੁਕਮਨਾਮਾ ਦੇਣ ਤੋਂ ਪਹਿਲਾਂ ਸਤਿਗੁਰੂ ਦੀ ਆਗਿਆ ਹੈ ਕਿ ਹੁਕਮਨਾਮਾ ਲਿਆਉਣ ਵਾਲਾ ਜਿਹੜਾ ਹੈ, ਇਹਨੂੰ 50 ਰੁਪਏ ਉਸ ਵੇਲੇ ਦੇ ਬਹੁਤ ਹੁੰਦੇ ਸੀ, ਇਹ ਭੇਟਾ ਦੇ, ਫਿਰ ਹੁਕਮਨਾਮਾ ਦੇਈ। ਜੇ ਸਿੱਖ 50 ਰੁਪਏ ਤੈਨੂੰ ਭੇਟਾ ਕਰੇ। ਸੰਪਰਦਾ ਭਾਈ ਮਨੀ ਸਿੰਘ ਜੀ ਅੰਮ੍ਰਿਤਸਰ ਸਾਹਿਬ ਦੇ ਸਤਪੁਰਸ਼ਾਂ ਨੇ, ਉਹਨਾਂ ਨੇ 100 ਰੁਪਇਆ ਮੰਨਿਆ। ਆਪਣੀਆਂ ਲਿਖਤਾਂ ਦੇ ਵਿੱਚ ਵੀ 100 ਰੁਪਇਆ ਸੀ।
ਪਰ ਵੱਡੇ ਮਹਾਂਪੁਰਖਾਂ ਨੇ ਉਹਨਾਂ ਨੇ 50 ਰੁਪਏ ਕਥਨ ਕੀਤੇ ਨੇ। ਚਲੋ ਥੋੜਾ ਬਹੁਤ ਕਿਤੇ ਇਹ ਹੁੰਦਾ ਅੰਦਰ, ਪਰ ਮੁੱਕਦੀ ਗੱਲ ਵੀ ਉਹਨੂੰ ਇਹ ਹਦਾਇਤ ਕਰਕੇ ਭੇਜ ਦਿੱਤਾ। ਤੁਰਿਆ ਗਿਆ, ਉਸ ਨਗਰ ਵਿੱਚ ਪਹੁੰਚਿਆ, ਪੁੱਛਿਆ ਫਲਾਨਾ ਨਾਂ ਦਾ ਸਿੱਖ? ਕਹਿੰਦੇ ਜੀ ਹਾਂਜੀ ਉਹ ਘਰ ਹੈ। ਸਾਰੇ ਲੋਕੀ ਸਤਿਕਾਰ ਕਰਦੇ। ਟੁੱਟਿਆ ਜਿਹਾ ਘਰ ਹੈ, ਬਹੁਤ ਗਰੀਬੀ ਹੈ ਘਰ ਵਿੱਚ। ਤੇ ਜਦੋਂ ਇਹਨੇ ਜਾ ਕੇ ਦੱਸਿਆ ਵੀ ਮੈਂ ਅੰਮ੍ਰਿਤਸਰ ਸਾਹਿਬ ਤੋਂ ਗੁਰੂ ਅਰਜਨ ਦੇਵ ਜੀ ਨੇ ਭੇਜਿਆ ਮੈਨੂੰ, ਸਿੱਖ ਦਾ ਤਾਂ ਚਾਅ ਨਾ ਚੁੱਕਿਆ ਜਾਵੇ। ਉਹ ਕਹਿੰਦਾ ਮੇਰੇ ਗੁਰੂ ਦੇ ਦਰਸ਼ਨ ਕਰਕੇ ਆਇਆ, ਉਹਦੇ ਚਰਨ ਧੋਵੇ, ਉਹਨੂੰ ਆਸਣ ਦਿੱਤਾ, ਉਹਨੂੰ ਬਿਠਾਇਆ। ਉਹ ਕਹਿੰਦਾ ਵੀ ਨਹੀਂ, ਗੱਲ ਇਸ ਤਰ੍ਹਾਂ, ਮੈਂ ਹੁਕਮਨਾਮਾ ਲੈ ਕੇ ਆਇਆ। ਕਹਿੰਦਾ ਜੀ ਧੰਨ ਭਾਗ ਦਿਓ। ਕਹਿੰਦਾ ਜੀ ਇਸ ਤਰ੍ਹਾਂ ਨਹੀਂ, ਗੁਰੂ ਦੀ ਹਦਾਇਤ ਹੈ ਮੇਰੇ ਵਾਸਤੇ ਵੀ ਔਰ ਤੇਰੇ ਵਾਸਤੇ ਵੀ। ਕੀ ਹਦਾਇਤ ਹੈ? ਕਿ 50 ਰੁਪਏ ਪਹਿਲਾਂ ਹੁਕਮਨਾਮੇ ਦੀ ਭੇਟਾ, ਇਹ ਲੈ ਕੇ ਤੇਰੇ ਕੋਲੋਂ ਭੇਟਾ, ਫਿਰ ਮੈਂ ਹੁਕਮਨਾਮਾ ਦੇ ਸਕਦਾ। ਨਹੀਂ, ਹੁਕਮਨਾਮੇ ਦਾ ਨਿਰਾਦਰ ਜੇ ਮੈਂ ਦੇਵਾਂਗਾ, ਕੋਈ ਗੁਰੂ ਦਾ ਹੁਕਮ ਹੈ। ਤੇ ਘਰ ਦੇ ਵਿੱਚ ਸਮਾਨ ਨਹੀਂ, ਘਰ ਵਾਲੀ ਨੂੰ ਪੁੱਛਿਆ ਹੋਊਗਾ ਕਿ ਕਰੀਏ ਕੀ, ਘਰ ਵਿੱਚ ਤਾਂ ਹੈ ਨਹੀਂ ਕੁਛ, ਗੁਰੂ ਦਾ ਹੁਕਮਨਾਮਾ ਲੈਣਾ ਹੈ। ਉਹਨੇ ਕਿਹਾ ਵੀ ਘਰ ਦਾ ਸਮਾਨ ਕੀ ਕਰਨਾ ਹੈ। ਉਹਨੂੰ ਸਿੱਖ ਨੂੰ ਤਾਂ ਉੱਥੇ ਹੀ ਬਿਠਾ ਦਿੱਤਾ, ਸਮਾਨ ਇਕੱਠਾ ਕਰਿਆ, ਜਾ ਕੇ ਵੇਚ ਕੇ ਮਸਾਂ ਕਾਫੀ ਸਮਾਨ ਜਿਹੜਾ ਸੀ ਉਹ ਵਿਕ ਗਿਆ ਤੇ 50 ਰੁਪਏ ਮਸਾਂ ਪ੍ਰਾਪਤ ਹੋਏ। 50 ਰੁਪਏ ਲਿਆ ਕੇ ਸਿੱਖ ਨੂੰ ਦਿੱਤੇ, ਉਹਨੇ ਹੁਕਮਨਾਮਾ ਦੇ ਦਿੱਤਾ। ਹੁਕਮਨਾਮਾ ਪਹਿਲਾਂ ਮੱਥੇ ਨੂੰ ਲਾਇਆ, ਫਿਰ ਸਿਰ ਦੇ ਉੱਤੇ ਰੱਖਿਆ, ਅੱਖਾਂ ਨੂੰ ਲਾਇਆ। ਕਹਿੰਦਾ ਧੰਨ ਭਾਗ, ਮੈਨੂੰ ਗੁਰੂ ਨੇ ਯਾਦ ਕੀਤਾ। ਉੱਥੇ ਤਾਂ ਰਾਜੇ ਮਹਾਰਾਜੇ ਹੱਥ ਜੋੜ ਕੇ ਖੜੇ ਰਹਿੰਦੇ ਨੇ। ਗਰੀਬ ਨਵਾਜ਼ ਤੋਂ ਇਹ ਜੇ ਸਿੱਖ ਨੂੰ, ਨਿਮਾਣੇ ਸਿੱਖ ਨੂੰ ਯਾਦ ਕੀਤਾ। ਜਦੋਂ ਖੋਲ ਕੇ ਪੜ੍ਹਿਆ, ਉਹਦੇ 'ਚ ਲਿਖਿਆ ਕਿ ਸਿੱਖਾ, ਅੰਮ੍ਰਿਤਸਰ ਸਾਹਿਬ ਸੇਵਾ ਚੱਲ ਰਹੀ ਹੈ, ਇਹ 500 ਰੁਪਇਆ ਜਿਹੜਾ ਹੈ ਉਹ ਸੇਵਾ ਵਾਸਤੇ ਇੱਥੇ ਹਾਜ਼ਰ ਕਰ ਦੇ। ਬੁਰਾ ਨਹੀਂ ਮੰਨਿਆ। ਇਹ ਨਹੀਂ ਸੋਚਿਆ ਵੀ 50 ਰੁਪਏ ਤਾਂ ਮੈਂ ਸਮਾਨ ਵੇਚ ਕੇ ਲੈ ਕੇ ਆਇਆ, 500 ਰੁਪਇਆ ਕਿੱਥੋਂ ਆਇਆ। ਸੋਚਦੇ ਸਤਿਗੁਰੂ ਆਪ ਹੀ ਕੋਈ ਢੋ ਬਣਾਉਣਗੇ। ਨਿਸ਼ਚਾ ਨਹੀਂ ਛੱਡਿਆ। ਜੇ ਗੁਰੂ ਨੇ ਹੁਕਮ ਦਿੱਤਾ ਹੈ ਤਾਂ ਮਾਇਆ ਦਾ ਇੰਤਜ਼ਾਮ ਵੀ ਆਪ ਹੀ ਗੁਰੂ ਕਰੇਗਾ। ਅਸੀਂ ਕੌਣ ਹਾਂ? ਤਨ ਮਨ ਧਨ ਸਭ ਗੁਰੂ ਨੂੰ ਸੌਂਪਿਆ ਹੋਇਆ। ਤਨ ਮਨ ਧਨ ਸਭ ਸੌਂਪ ਗੁਰੂ ਕੋ ਹੁਕਮ ਮੰਨਿਆ ਪਾਈਏ। ਤੇ ਬਾਹਰ ਨਿਕਲਿਆ, ਕੁਛ ਨਾ ਕੁਛ ਕਰਨਾ ਹੋਏਗਾ। ਤਾਂ ਅੱਗੇ ਕੀ ਦੇਖਿਆ? ਅੱਗੇ ਇੱਕ ਡੱਗਾ ਲਾ ਕੇ ਉੱਚੇ ਆਵਾਜ਼ ਦਿੰਦਾ ਫਿਰਦਾ ਕਿ ਸੁਣੋ ਬਈ ਸੁਣੋ ਲੋਕੋ, ਛਿੰਝ ਪੈ ਰਹੀ ਹੈ ਤੁਹਾਡੇ ਨੇੜੇ। ਬਾਦਸ਼ਾਹ ਦਾ ਪਹਿਲਵਾਨ, ਜਿਹਦਾ ਨਾਮ ਸੀ ਮਸਕੀਨੀਆਂ ਪਹਿਲਵਾਨ, ਮਸਕੀਨੀਆਂ ਪਹਿਲਵਾਨ ਦੀ ਕੁਸ਼ਤੀ ਹੈ। ਉਹਦਾ ਨਾਂ ਸੁਣ ਕੇ ਲੋਕ ਪਿੰਡਾਂ ਦੇ ਪਿੰਡ ਉੱਠ ਕੇ ਆ ਜਾਂਦੇ ਸੀ ਉਹਦੀ ਕੁਸ਼ਤੀ ਦੇਖ। ਕਦੇ ਹਾਰਿਆ ਹੀ ਨਹੀਂ ਸੀ, ਉਹਦੀ ਕੁਸ਼ਤੀ ਹੋਏਗੀ। ਔਰ ਬਾਦਸ਼ਾਹ ਨੇ ਐਲਾਨ ਕਰਾਇਆ, ਜੇ ਕੋਈ ਮਸਕੀਨੀਆਂ ਪਹਿਲਵਾਨ ਨੂੰ ਢਾਹ ਦੇਵੇਗਾ ਉਹਨੂੰ 1000 ਰੁਪਇਆ ਨਾਮ ਮਿਲੇਗਾ। ਪਰ ਮਸਕੀਨੀਆਂ ਨੂੰ ਢਾਹ ਕੌਣ ਸਕਦਾ ਸੀ? ਗੱਲ ਤਾਂ ਇਹ ਸੀ। ਦੂਸਰੀ ਗੱਲ, ਜਿਹੜਾ ਮਸਕੀਨੀਆਂ ਦੇ ਨਾਲ ਕੁਸ਼ਤੀ ਕਰਨ ਦਾ ਹੌਸਲਾ ਕਰੇ, ਉਹਦੇ ਨਾਲ ਹੌਸਲਾ ਹੀ ਨਹੀਂ ਸੀ ਕਰਦਾ ਕੋਈ। ਉਹ ਝੰਡੀ ਤੇ ਖੜਾ ਹੀ ਜਿੱਤ ਜਾਂਦਾ ਸੀ, ਖਾੜੇ 'ਚ ਉਤਰਦੇ ਹੀ ਨਹੀਂ ਸੀ ਕੋਈ ਉਹਦੇ ਮੁਕਾਬਲੇ। ਉਹਨੂੰ 500 ਰੁਪਇਆ ਮਿਲੇਗਾ। ਸਿੱਖ ਨੂੰ ਤਾਂ ਚਾਅ ਚੜ ਗਿਆ, ਕਹਿੰਦਾ ਲੈ ਗੁਰੂ ਨੇ ਆਪ ਹੀ ਹੱਲ ਕਰ ਦਿੱਤਾ। ਨਾ ਕਦੇ ਕੁਸ਼ਤੀਆਂ ਕਰਨ ਵਾਲਿਆਂ ਕੋਲ ਗਿਆ, ਘਰ ਤੋਂ ਆਪਣੇ ਕੰਮ ਤੇ ਜਾਂਦਾ, ਕੰਮ ਤੋਂ ਆਪਣੇ ਘਰ ਤੇ ਜਾਂਦਾ, ਗਰੀਬ ਸਿੱਖ ਹੈ। ਬਸ ਫਿਰ ਉਸੇ ਵੇਲੇ ਤਿਆਰ ਹੋ ਕੇ ਬਾਹੋ ਦਾ ਹੀ ਨੱਠਿਆ ਜਾਂਦਾ। ਜਿਉਂ-ਜਿਉਂ ਦੌੜਦਾ ਗਿਆ, ਪਿਆਸ ਲੱਗ ਗਈ। ਇੱਕ ਖੂਹ ਦੇ ਉੱਤੇ ਲੋਕਾਂ ਦੀ ਭੀੜ ਭੜਕਾ ਸੀ ਤੇ ਉੱਥੇ ਕੁਦਰਤੀ ਮਸਕੀਨੀਆਂ, ਉਹ ਵੀ ਲੋਕਾਂ ਦੇ ਵਿੱਚ ਸੀ। ਪਰੇ ਹਟ ਜਾਓ, ਵੀ ਪਰੇ ਹਟ ਜਾਓ, ਮੈਨੂੰ ਪਾਣੀ ਪੀ ਲੈਣ ਦਿਓ ਜਲਦੀ। ਉਹ ਮਸਕੀਨੀਆਂ ਬੋਲਿਆ, ਕਹਿੰਦਾ ਕੀ ਗੱਲ ਹੈ, ਇੰਨਾ ਕਾਲਾ ਤੂੰ ਅਜੇ ਹੁਣ ਆਇਆ, ਜਿਹੜੇ ਮੂਹਰੇ ਪਾਣੀ ਪੀਂਦੇ ਆ। ਉਹ ਕਹਿੰਦਾ ਭਾਈ ਸਾਹਿਬ, ਮੈਂ ਜਾ ਕੇ ਮਸਕੀਨੀਆਂ ਪਹਿਲ ਨਾਲ ਕੁਸ਼ਤੀ ਲੜਨੀ ਆ, ਕਿਤੇ ਮੇਰੇ ਤੋਂ ਪਹਿਲਾਂ ਕੋਈ ਹੋਰ ਨਾ, ਇਸ ਕਰਕੇ ਮੈਨੂੰ ਕਾਹਲੀ ਹੈ।
ਮਸਕੀਨੀਆਂ ਦੇਖ ਕੇ ਉਹਦੇ ਕੰਨੀ ਕਹਿੰਦਾ, ਤੂੰ ਲੜਨੀ ਹੈ ਕੁਸ਼ਤੀ? ਕਹਿੰਦਾ ਹਾਂ ਮੈਂ ਲੜਨੀ ਹੈ। ਕਹਿੰਦਾ ਤੈਨੂੰ ਪਤਾ ਵੀ ਮਸਕੀਨੀਆਂ ਜੇ ਇੱਕ ਚਪੇੜ ਮਾਰ ਦੇਵੇ ਤੇਰੇ ਪ੍ਰਾਣ ਕੱਢ ਸਕਦਾ ਹੈ। ਕਹਿੰਦਾ ਮੈਂ ਪ੍ਰਾਣ ਰੱਖ ਕੇ ਕੀ ਲੈਣੇ ਨੇ, ਮੈਂ ਤਾਂ ਅਰਪਿਆ ਹੋਇਆ ਸਾਰਾ ਕੁਝ। ਕਹਿੰਦਾ ਤੂੰ ਅੱਗੇ ਕਦੇ ਕੁਸ਼ਤੀ ਲੜੀ ਹੈ? ਕਹਿੰਦਾ ਕਦੇ ਵੀ ਨਹੀਂ, ਮੈਂ ਤਾਂ ਕੁਸ਼ਤੀਆਂ ਦੇਖਣ ਵੀ ਨਹੀਂ ਕਦੇ ਜਾਂਦਾ। ਉਹ ਕਹਿੰਦਾ ਵੀ ਤੂੰ ਗੱਲ ਕੀ ਹੈ ਫਿਰ ਇਹ? ਉਹ ਕਹਿੰਦਾ ਜੀ ਲੋਕਾਂ 'ਚ ਨਹੀਂ ਇਸ ਤਰ੍ਹਾਂ ਦੱਸਣ ਨਾਲ, ਇੱਕ ਪਾਸੇ ਹੋ ਕੇ ਸੁਣ ਲਓ ਜੇ ਭਾਈ ਸਾਹਿਬ, ਪਰ ਤੈਨੂੰ ਕੀ ਦਿਲਚਸਪੀ ਹੈ? ਉਹ ਕਹਿੰਦਾ ਮੈਨੂੰ ਵੀ ਹੈਗੀ, ਤਾਂ ਹੀ ਪੁੱਛਦਾ। ਕਹਿੰਦਾ ਕੀ ਹੈ? ਕਹਿੰਦਾ ਮੇਰੇ ਗੁਰੂ ਦਾ ਹੁਕਮਨਾਮਾ ਆਇਆ ਹੈ, ਇਹ ਮੈਨੂੰ ਵੀ ਪਤਾ ਹੈ ਮੈਂ ਮਸਕੀਨੀਆਂ ਨਾਲ ਕੁਸ਼ਤੀ ਨਹੀਂ ਕਰ ਸਕਦਾ, ਇਹ ਮੈਨੂੰ ਪਤਾ ਮਸਕੀਨੀਆਂ ਮੇਰੇ ਹੱਡ ਤੋੜ ਦੇਗਾ। ਲੋਕ ਵੀ ਕਹਿੰਦੇ ਸੀ ਤੇਰੇ ਹੱਡ ਤੋੜ ਦੇਣੇ ਉਸਨੇ। ਕਹਿੰਦਾ ਮੈਂ ਇਹ ਸੋਚ ਕੇ ਆਇਆ ਜੇ ਗੁਰੂ ਵਾਸਤੇ ਸਰੀਰ ਲੇਖੇ ਲੱਗ ਜਾਵੇ ਹੋਰ ਕੀ ਚਾਹੀਦਾ। 500 ਰੁਪਇਆ ਢੈਣ ਦਾ ਮਿਲਣਾ, ਮੈਂ ਢਾਉਣ ਵਾਸਤੇ ਨਹੀਂ ਆਇਆ, ਮੈਂ ਤਾਂ ਢੈਣ ਵਾਸਤੇ ਆਇਆ। ਰੁਪਇਆ 500 ਗੁਰੂ ਨੂੰ ਭੇਟ ਕਰਨਾ। ਜਿਹੜਾ ਮਸਕੀਨੀਆਂ ਸਾਰੀ ਜ਼ਿੰਦਗੀ ਜਿੱਤ ਦਾ ਆਨੰਦ ਪ੍ਰਾਪਤ ਕਰਦਾ ਰਿਹਾ, ਹੰਕਾਰ ਹੀ ਵੱਧਦਾ ਰਿਹਾ, ਅੱਜ ਪਹਿਲੇ ਦਿਨ ਸਿੱਖ ਦੀ ਨਿਮਰਤਾ ਦੇਖ ਕੇ ਅੱਖਾਂ 'ਚ ਪਾਣੀ ਆ ਗਿਆ। ਕਹਿੰਦਾ ਸਿੱਖਾ ਪਰਦੇ ਵਾਲੀ ਗੱਲ ਹੈ, ਮੈਂ ਤਾਂ ਇੱਕ ਪਾਸੇ ਹੋ ਕੇ ਕਰਨਾ, ਮੇਰਾ ਨਾਮ ਮਸਕੀਨੀਆ, ਕੁਸ਼ਤੀ ਮੇਰੇ ਨਾਲ ਹੈ ਤੇਰੀ। ਜੇ ਤੂੰ ਐਡੀ ਵੱਡੀ ਕੁਰਬਾਨੀ ਕਰਨ ਨੂੰ ਤਿਆਰ ਹੈ, ਮੈਂ ਅੱਜ ਤੱਕ ਬੜੀਆਂ ਜਿੱਤਾਂ ਪ੍ਰਾਪਤ ਕੀਤੀਆਂ ਨੇ, ਤੇ ਅੱਜ ਫਿਰ ਮੈਂ ਤੇਰੇ ਮੂਹਰੇ ਹਾਰ ਮੰਨਾਂਗਾ। ਤੂੰ ਇੱਕ ਕੰਮ ਕਰੀ, ਨਕਲੀ ਜੀ ਪਹਿਲਾਂ ਆਪਾਂ ਕੁਸ਼ਤੀ ਕਰਾਂਗੇ, ਤੈਨੂੰ ਦਾ ਨਹੀਂ ਆਉਂਦੇ, ਦਾ ਵੀ ਮੈਂ ਆਪ ਹੀ ਮਾਰੂੰਗਾ, ਵੀ ਤੂੰ ਤਕੜਾ ਰਹੀਂ, ਵੀ ਪਿੱਠ ਨਾ ਲਵਾਈ ਤੂੰ, ਮੈਂ ਹੌਲੀ ਹੌਲੀ ਆਪ ਹੀ ਸਾਰਾ ਪ੍ਰਬੰਧ ਕਰ ਦੇਣਾ। ਕਹਿੰਦਾ ਜੀ ਠੀਕ। ਕੱਪੜੇ ਲਾਹੇ, ਜਦ ਦੇਖਿਆ ਪਸਲੀਆਂ ਬਾਹਰ ਨੂੰ ਨਿਕਲੀਆਂ, ਸੁੱਕੀਆਂ ਜਾਂ ਲੱਤਾਂ ਤੇ ਮੂੰਹ ਸੁੱਕਿਆ ਹੋਇਆ, ਡੌਲੇ ਪਤਲੇ ਪਤਲੇ ਜੇ। ਲੋਕੀ ਕਹਿੰਦੇ ਸੁਕੜੂ ਪਹਿਲਵਾਨ ਕਿੱਥੋਂ ਆ ਗਿਆ ਜੀ? ਸੁਕੜੂ ਪਹਿਲਵਾਨ ਕਿੱਥੇ, ਉਹਦੇ ਗੇੜਾ ਦਿੱਤਾ ਮਸਕੀਨ ਤੇ ਲੋਕੀ ਧੰਨ ਧੰਨ ਕਹਿੰਦੇ, ਉਹ ਕਿੱਥੇ ਮਰਨ ਵਾਸਤੇ ਆ ਗਿਆ ਦੇਖੋ ਹੈ। ਤੋ ਇਸ ਕਰਕੇ ਸਾਧ ਸੰਗਤ ਜੀ ਕਹਿਣ ਲੱਗਾ ਵੀ ਲੋਕਾਂ ਨੇ ਹਾਸਾ ਮਖੌਲ ਬਹੁਤ ਕੀਤਾ ਦੇਖ ਕੇ। ਚਲੋ ਜੀ ਸਾਹਮਣੇ ਆਏ, ਇੱਧਰ ਉੱਧਰ ਨੂੰ ਹੋਏ। ਕਹਿੰਦਾ ਇੱਕ ਦੋ ਉਹ ਸਿਖਾਲਿਆ ਹੋਇਆ ਸੀ ਵੀ ਮੈਂ ਤੈਨੂੰ ਫੜ ਕੇ ਪਹਿਲਾਂ ਹੇਠਾਂ ਵੀ ਸਿੱਟੂੰਗਾ, ਹੇਠਾਂ ਉਡਾਂ ਸਿੱਟਿਆ, ਇੱਧਰ ਦਾਅ ਪੇਚ ਕਰਦੇ ਕਰਦੇ ਨਕਲੀ ਜਾਸੀ ਸਾਰੀ ਗੱਲ। ਮਸਕੀਨੇ ਨੇ ਆਪ ਹੀ ਉਹਨੂੰ ਫੜ ਕੇ ਆਪਣੇ ਉੱਤੇ ਸਿੱਟ ਲਿਆ ਤੇ ਆਪਣੀ ਪਿੱਠ ਲਵਾ ਲਈ। ਲੋਕਾਂ ਨੇ ਤਾੜੀਆਂ ਮਾਰਤੀਆਂ, ਕਹਿੰਦੇ ਦੇਖੋ ਜੀ ਸੁਕੜੂ ਪਹਿਲਵਾਨ ਜਿੱਤ ਗਿਆ, ਸੁਕੜੂ ਪਹਿਲਵਾਨ ਜਿੱਤ ਗਿਆ। ਲੋਕੀ ਪਤਾ ਹੀ ਨਹੀਂ ਸੀ ਵੀ ਇਹ ਪਹਿਲਵਾਨ ਹੈ ਜਾਂ ਕੌਣ ਹੈ, ਲੋਕਾਂ ਨੇ ਨਾਂ ਰੱਖ ਲਿਆ ਸੁਕੜੂ ਪਹਿਲਵਾਨ। ਸਾਰੇ ਲੋਕ ਹੈਰਾਨ ਹੋ ਗਏ, ਕਹਿੰਦੇ ਉਹ ਇਹ ਕਹਿੰਦੇ ਉਹੀ ਪਤਲਾ ਜਿਹਾ ਲੱਗਦਾ ਸੀ, ਇਹ ਤਾਂ ਲੋਹੇ ਦਾ ਛੈਣੀ ਦੇਖੀ ਲੋਹੇ ਦੀ, ਐਡਾ ਵੱਡਾ ਪਹਿਲਵਾਨ ਢਾਤਾ ਇਹਨੇ। ਹੁਣ ਕਿਸੇ ਨੂੰ ਕੀ ਪਤਾ ਵੀ ਕੀ ਹੋਇਆ। ਮਸਕੀਨੀਆਂ ਤੂੰ ਹਾਰ ਗਿਆ, ਲੋਕ ਵੇ ਉਹ ਕਹਿੰਦੇ ਕੋਈ ਬਾਤ ਨਹੀਂ। ਉਹ ਜਿੱਤਣ ਨਾਲੋਂ ਜ਼ਿਆਦਾ ਆਨੰਦ ਹੈ। ਕਹਿੰਦੇ ਨੇ ਵੀ ਜਿੰਨਾ ਉਸ ਦਿਨ ਮਸਕੀਨੀ ਨੂੰ ਹਾਰ ਕੇ ਆਨੰਦ ਆਇਆ, ਸਾਰੀ ਜ਼ਿੰਦਗੀ ਜਿੱਤ ਕੇ ਆਨੰਦ ਨਹੀਂ ਸੀ ਕਦੇ ਆਇਆ। ਅੱਜ ਹਾਰ ਕੇ ਆਨੰਦ ਆਇਆ, ਗੁਰਮੁਖ ਬਣ ਗਿਆ, ਅਭਿਮਾਨ ਵਿੱਚੋਂ ਨਿਕਲ ਗਿਆ। ਜਿੱਤਣ ਦੇ ਨਾਲ ਹੰਕਾਰ ਆਉਂਦਾ ਸੀ, ਅਜੇ ਨਿਮਰਤਾ ਆ ਗਈ। ਜਾਣ ਲੱਗੇ ਕਹਿੰਦਾ ਉਹ ਮੈਨੂੰ ਟਾਉਣ ਵਾਲਿਆ ਬਈ ਮੈਨੂੰ ਹੁਣ ਨਾਲੇ ਲੈ ਕੇ ਚੱਲ, ਤੂੰ ਜਿੱਤਿਆ ਹੋਇਆ, ਮੈਂ ਤੇਰੇ ਨਾਲ ਹੀ ਚੱਲੂੰਗਾ। ਝੰਡੀ ਉਹਦੇ ਹੱਥ 'ਚ ਹੈ। ਇਹ ਉਹਦੇ ਘਰ ਪਹੁੰਚਿਆ, ਕਹਿਣ ਲੱਗਾ ਵੀ ਜਿਹੜੇ ਗੁਰੂ ਦਾ ਤੂੰ ਸਿੱਖ ਹੈ ਮੈਨੂੰ ਹੁਣ ਉਹਦੇ ਕੋਲ ਲੈ ਕੇ ਚੱਲ। ਉਹ 500 ਰੁਪਈਆ ਉਹਨੂੰ ਸਿੱਖ ਨੂੰ ਦਿੱਤਾ, ਹੁਕਮਨਾਮੇ ਵਾਲੇ ਨੂੰ। 500 ਰੁਪਈਆ ਕੋਲ ਲਿਆ। ਚਲੋ ਵੀ ਇਹ ਤਾਂ ਗੁਰੂ ਦੇ ਨਾਂ ਤੇ ਮਿਲਿਆ, ਘਰ 'ਚ ਬਥੇਰੀ ਗਰੀਬੀ ਹੈ। ਤੇ ਮਹਾਂਪੁਰਖ ਦਾ ਦੱਸਦੇ ਸੀ ਵੀ ਉਹ 500 ਗੁਰੂ ਨੇ ਇਹੋ ਜਿਹੀ ਕਿਰਪਾ ਕੀਤੀ ਵੀ ਉਹਨੇ ਆਪਣੇ ਕਾਰਜ, ਜਿਹੜਾ ਸਮਾਨ ਸੋਨੂੰ ਵੇਚਿਆ ਸੀ ਉਹ ਉੱਥੀ ਘਰ ਪੂਰਾ ਕਰ ਦਿੱਤਾ। ਉਹ ਉਹਨੇ ਆਪਣੇ ਕਾਰਜ ਵਿੱਚ ਲਾਇਆ। ਜਿੱਥੇ ਸੁਖਮਨੀ ਸਾਹਿਬ ਉਚਾਰਨ ਕੀਤੀ ਹੈ, ਗੁਰੂ ਅਰਜਨ ਦੇਵ ਜੀ ਇੱਥੇ ਬੈਠੇ ਸੀ। ਉਹ ਸਿੱਖ ਤੇ ਮਸਕੀਨੀਆਂ ਪਹਿਲਵਾਨ ਤੇ ਹੁਕਮਨਾਮਾ ਲੈ ਕੇ ਗਿਆ ਹੋਇਆ ਸਿੱਖ, ਇਹ ਤਿੰਨੇ ਉੱਥੇ ਪਹੁੰਚ ਗਏ। ਸਾਰੀ ਵਾਰਤਾ ਕਹਿ ਸੁਣਾਈ। ਉਸ ਵੇਲੇ ਗੁਰੂ ਅਰਜਨ ਦੇਵ ਜੀ ਮਹਾਰਾਜ, ਜਿਨ੍ਹਾਂ ਨੇ ਪਾਵਨ ਅੰਮ੍ਰਿਤ ਬਚਨ
ਸੁਖਮਨੀ ਸਾਹਿਬ ਦੀ ਰਚਨਾ ਕਰਦੇ ਹੋਏ 11 ਅਸ਼ਟਪਦੀਆਂ ਰਚ ਚੁੱਕੀਆਂ ਸੀ ਸੁਖਮਨੀ ਸਾਹਿਬ ਦੀਆਂ। ਮਹਾਰਾਜ ਸਾਹਿਬ ਜੀ ਇਹ ਅਸ਼ਟਪਦੀਆਂ 11 ਰਚਣ ਤੋਂ ਬਾਅਦ ਹੁਣ 12ਵੀਂ ਅਸ਼ਟਪਦੀ ਦਾ ਫਿਰ ਸ਼ਲੋਕ ਮਸਕੀਨੀਆਂ ਦੇ ਨਾਂ ਤੇ ਮਹਾਰਾਜ ਸਾਹਿਬ ਜੀ ਨੇ ਐਸਾ ਪਾਵਨ ਬਚਨ ਕਿਹਾ, ਸੁਣੋ ਜੀ। ਸੁਖੀ ਵਸੈ ਮਸਕੀਨੀਆ। ਮਹਾਰਾਜ ਕਹਿੰਦੇ ਮਸਕੀਨੀਆਂ ਪਹਿਲਵਾਨ, ਮੈਂ ਤੈਨੂੰ ਵਰ ਦੇਣਾ, ਤੂੰ ਜਿੰਨਾ ਚ ਜਿਉਂਦਾ ਰਹੇਗਾ ਦੁੱਖ ਤੇਰੇ ਨੇੜੇ ਨਹੀਂ ਆਊਗਾ, ਉਹਨਾਂ ਚਿਰ ਵੀ ਸੁਖੀ ਰਹੇਗਾ, ਸੁਖੀ ਵਸੇਗਾ। ਸਰੀਰ ਤਿਆਗਣ ਤੋਂ ਬਾਅਦ ਵੀ ਸੱਚਖੰਡ ਦੇ ਵਿੱਚ ਸੁੱਖਾਂ ਦੇ ਨਾਲ ਹੀ ਨਿਵਾਸ ਕਰੇਗਾ। ਤੂੰ ਐਡਾ ਵੱਡਾ ਬਾਦਸ਼ਾਹ ਦਾ ਪਹਿਲਵਾਨ ਹੋ ਕੇ ਤੂੰ ਨਿਮਰਤਾ ਦਾ ਅਪਮਾਨ ਲੋਕਾਂ ਤੋਂ ਸਹਿ ਲਿਆ। ਤੂੰ ਸਿੱਖ ਨੂੰ ਪੈਸੇ ਦਿਵਾਉਣ ਵਾਸਤੇ ਆਪ ਨਿਮਰਤਾ ਵਿੱਚ ਆ ਗਿਆ। ਤੂੰ ਸੁਖੀ ਬਸੇਗਾ, ਲੋਕ ਪਰਲੋਕ ਦੇ ਸੁਖੀ ਵਸੈ ਮਸਕੀਨੀਆਂ। ਹੇ ਮਸਕੀਨੀਆਂ, ਤੂੰ ਸੁਖ ਨਾਲ ਬਸਦਾ ਰਹੇ, ਅਸੀਸ ਦਿੱਤੀ ਆਪ ਨਿਵਾਰ ਤਲੇ। ਤੇ ਆਪ ਤੂੰ ਆਪਣਾ ਆਪਾ ਹੰਕਾਰ ਨਿਵਾਰ ਦਿੱਤਾ ਹੈ ਤਲੇ। ਤੂੰ ਸਿੱਖ ਦੇ ਹੇਠਾਂ ਢਹਿ ਗਿਆ ਗੋ ਤੋਂ। ਇਹ ਕਿੱਥੇ ਸੀ ਵਿਚਾਰਾ ਟਾਉਣ ਜੋਗਾ। ਇਸ ਕਰਕੇ ਨਿਮਰਤਾ ਦੇ ਵਿੱਚ ਤੂੰ ਆਇਆ ਹੈ। ਇਸ ਕਰਕੇ ਨਿਮਰਤਾ ਵਾਲਿਆਂ ਦੀ ਝੋਲੀ ਕਦੇ ਸਖਣੀ ਨਹੀਂ ਰਿਹਾ ਕਰਦੀ। ਗੁਰੂ ਪੀਰ ਨਿਮਰਤਾ ਵਾਲਿਆਂ ਦੀ ਝੋਲੀ ਦੇ ਵਿੱਚ ਹੀ ਕੁਝ ਪਾਉਂਦੇ ਨੇ। ਇਸ ਲਈ ਗੁਰੂ ਨਾਨਕ ਦੇ ਘਰ ਦੇ ਵਿੱਚ ਅੱਜ ਤੈਨੂੰ ਤੇਰੀ ਝੋਲੀ ਦੇ ਵਿੱਚ ਬਹੁਤ ਕੁਝ ਮਿਲਿਆ ਹੈ, ਔਰ ਇੰਨੇ ਕੁ ਕਰਤਵ ਦੇ ਨਾਲ ਹੀ ਤੈਨੂੰ ਇੰਨਾ ਕੁਝ ਦੇ ਰਹੇ ਨੇ। ਇਸੇ ਪ੍ਰਕਾਰ ਜੀ ਸੁਖੀ ਵਸੈ, ਸੁਖੀ ਵਸੈ ਮਸਕੀਨੀਆ। ਹੁਣ ਸਾਰਿਆਂ ਨੂੰ ਸਾਂਝਾ ਉਪਦੇਸ਼, ਇਹ ਤਾਂ ਸੀ ਨਾ ਸਾਖੀ ਦੇ ਨਾਲ, ਇਤਿਹਾਸ ਦੇ ਨਾਲ। ਸੁਖੀ ਵਸੈ ਮਸਕੀਨੀਆ, ਸਾਰਿਆਂ ਨੂੰ ਸਾਂਝਾ ਉਪਦੇਸ਼ ਦਿੱਤਾ ਹੈ। ਸੁਖੀ ਵਸੈ ਮਸਕੀਨੀਆਂ, ਮਸਕੀਨੀਆਂ ਨਾਮ ਨਿਮਰਤਾ ਵਾਲੇ ਦਾ ਹੈ। ਉਹ ਸੁਖ ਦੇ ਨਾਲ ਵਸਦੇ ਹੈ, ਇਹ ਲੋਕ ਦੇ ਵਿੱਚ ਵੀ ਤੇ ਪਰਲੋਕ ਦੇ ਵਿੱਚ ਵੀ। ਕੌਣ? ਅੱਗੇ ਦੱਸਦੇ ਨੇ ਆਪ ਨਿਵਾਰ ਤਲੇ। ਜਿਨ੍ਹਾਂ ਨੇ ਆਪ ਆਪਾ ਭਾਵ ਹੰਕਾਰ ਮੇਟ ਕੇ ਆਪਣੇ ਆਪ ਨੂੰ ਤਲੇ ਨੀਵਿਆਂ ਤੋਂ ਨੀਵੇਂ ਮੰਨਿਆ ਹੋਇਆ, ਉਹ ਨਿਮਰਤਾ ਵਾਲੇ ਲੋਕ ਪਰਲੋਕ ਸੁਖੀ ਹੋਣਗੇ। ਵੱਡੇ ਵੱਡੇ ਅਹੰਕਾਰੀਆ, ਤੇ ਵੱਡੇ ਵੱਡੇ ਜਿਹੜੇ ਬਹੁਤ ਵੱਡੇ ਵੱਡੇ ਹੰਕਾਰ ਵਾਲੇ ਸਨ, ਸਤਿਗੁਰੂ ਜੀ ਕਥਨ ਕਰਦੇ ਨੇ। ਤੇ ਉਹਦੇ ਵਿੱਚ ਜਿਹੜੇ ਵੱਡੇ ਹੰਕਾਰੀ ਨੇ, ਰਾਵਣ ਵੀ ਵੱਡੇ ਹੰਕਾਰੀਆਂ ਦੇ ਵਿੱਚ ਤ੍ਰੇਤੇ ਯੁੱਗ ਵਿੱਚ ਹੋਇਆ। ਕਲਗੀਧਰ ਮਹਾਰਾਜ ਸਾਹਿਬ ਜੀ ਨੇ ਪਾਵਨ ਬਚਨ ਕਹੇ, ਰਾਵਣ ਸੇ ਮਹਿ ਰਾਵਣ ਸੇ ਕਟ ਕਾਨੂ ਸੇ ਪਲ ਬੀਚ ਪਛਾਰੇ, ਬਾਰਦ ਨਾਦ ਅਕੰਪਨ ਸੇ ਜਗ ਜੰਗ ਜੁਰੇ ਜਿਨ ਸਿਉ ਜਮ ਹਾਰੇ, ਕੁੰਭ ਅਕੁੰਭ ਸੇ ਜੀਤ ਸਵੇ ਜਗ ਸਾਤੋਂ ਸਿੰਧ ਹਥਿਆਰ ਪਖਾਰੇ, ਜੇ ਜੇ ਹੋਤੇ ਅਕਟੇ ਬਿਗਟੇ ਸੋ ਕਟੇ ਕਰ ਕਾਲ ਕਿਰਪਾਨ ਕੇ ਮਾਰੇ। ਹੰਕਾਰੀਆਂ ਦਾ ਇਹ ਹਾਲ ਹੈ। ਇਸ ਕਰਕੇ ਮਹਾਰਾਜ ਸਾਹਿਬ ਜੀ ਕਹਿੰਦੇ, ਫਿਰ ਦੁਰਯੋਧਨ ਮੇਰੀ ਮੇਰੀ ਕਹਿਰੋਂ ਕਰਤੇ ਦੁਰਯੋਧਨ ਸੇ ਭਾਈ, 12 ਜੋਜਨ ਛਤਰ ਚਲੇ ਥਾ ਦੇਹੀ ਗਿਰਜ ਨਾ ਖਾਏ। ਇਹ ਹਾਲਤ ਹੋਇਆ ਹੰਕਾਰੀਆਂ ਦੇ, ਇਹ ਹਾਲ ਨੇ। ਵੱਡੇ ਵੱਡੇ ਹੰਕਾਰੀ ਆ ਜਿਹੜੇ ਵੱਡੇ ਵੱਡੇ ਹੋਏ, ਰਾਵਣ ਵਰਗੇ, ਮਹਿ ਰਾਵਣ ਵਰਗੇ, ਦੁਰਯੋਧਨ ਵਰਗੇ, ਉਹ ਅਭਿਮਾਨੀ ਜਿੰਨੇ ਵੀ ਹੋਏ ਹਨ, ਨਾਨਕ ਗਰਭ ਗਲੇ, ਉਹ ਹੰਕਾਰ ਦੇ ਵਿੱਚ ਹੀ ਗਲ ਗਏ ਆ। ਹੰਕਾਰ ਨੇ ਗਾਲ ਦਿੱਤਾ ਉਹਨਾਂ ਨੂੰ। ਇਸ ਕਰਕੇ ਗਰਭ ਹੰਕਾਰ ਦਾ ਵਾਚਕ ਹੈ। ਤੇ ਗਰਭ ਭੱਬੇ ਦੇ ਨਾਲ ਆਮ ਕਰਕੇ ਹੁੰਦਾ ਹੈ। ਉਹ ਗਰਭ ਮਾਤਾ ਦੇ ਪੇਟ ਦੇ ਵਿੱਚ ਜਾਣ ਦੀ ਗੱਲ ਹੁੰਦੀ ਹੈ। ਬੱਬੇ ਦੇ ਨਾਲ ਇਹ ਹੰਕਾਰ ਦਾ ਵਾਚਕ ਸ਼ਬਦ ਆਇਆ। ਜਿਹੜੇ ਜਾਤੀ ਦੇ ਅਭਿਮਾਨੀ, ਵਿਦਿਆ ਦੇ ਅਭਿਮਾਨੀ, ਵੱਡੇ ਵੱਡੇ ਹੰਕਾਰੀ ਹਨ, ਉਹ ਗਰਭ ਹੰਕਾਰ ਵਿੱਚ ਗਲ ਜਾਂਦੇ ਹਨ। ਇਸ ਕਰਕੇ ਸਿੱਖਾਂ ਨੇ ਪੁੱਛਿਆ, ਮਹਾਰਾਜ ਤੁਸੀਂ ਗਰੀਬਾਂ ਦੀ ਬੜੀ ਵਡਿਆਈ ਕੀਤੀ ਹੈ, ਹੰਕਾਰੀਆਂ ਬਾਰੇ ਆਪ ਕਿਰਪਾ ਕਰਕੇ ਦੱਸੋ ਮਹਾਰਾਜ, ਉਹਨਾਂ ਦਾ ਕੀ ਹੋਊਗਾ ਜਿਹੜੇ ਹੰਕਾਰੀ ਨੇ। ਅੱਗੇ ਹੁਣ ਅਸ਼ਟਪਦੀ ਦੇ ਪੂਰਾ ਖੋਲ ਰਹੇ ਹਨ ਜੀ। ਅਸ਼ਟਪਦੀ ਜਿਸ ਕੈ ਅੰਤਰ ਰਾਜ ਅਭਿਮਾਨ। ਇਹ ਹੁਣ ਸ਼ਲੋਕ ਦਾ ਹੀ ਟੀਕਾ ਹੈ। ਜਿਹੜਾ ਅੱਗੇ ਅਸ਼ਟਪਦੀ ਵਿੱਚ
ਦੋ ਤੁਕਾਂ ਦਾ ਸ਼ਲੋਕ ਦਾ ਹੀ ਸਿਧਾਂਤ ਹੈ। ਜਿਸ ਦੇ ਹਿਰਦੇ ਦੇ ਅੰਦਰ ਰਾਜ ਭਾਗ ਦਾ ਹੰਕਾਰ ਹੈ, ਅਭਿਮਾਨ ਹੰਕਾਰ ਕਿ ਮੈਂ ਵੱਡਾ ਰਾਜਾ ਹਾਂ, ਇਹ ਹੰਕਾਰ ਹੈ, ਮੇਰੇ ਵਰਗਾ ਕੋਈ ਹੈ ਨਹੀਂ, ਮੈਂ ਵੱਡਾ ਅਮੀਰ ਹਾਂ, ਤੇ ਇਸ ਤਰ੍ਹਾਂ ਦਾ ਫਿਰ ਗਰੀਬਾਂ ਦੇ ਉੱਤੇ ਅਤਿਆਚਾਰ ਕਰਦਾ ਹੈ। ਇਹੋ ਜਿਹਾ ਜਿਹੜਾ ਹੰਕਾਰੀ ਹੈ ਸੋ ਨਰਕ ਪਾਤੀ ਹੋਵਤ ਸੁਆਨ, ਉਹ ਭਾਵੇਂ ਚੱਕਰਵਰਤੀ ਬਾਦਸ਼ਾਹ ਹੋਵੇ, ਉਹ ਨਰਕਾਂ ਦੇ ਵਿੱਚ ਪਾਤੀ ਡਿੱਗ ਪੈਂਦਾ, ਪਤਨ ਹੁੰਦਾ ਹੈ ਉਹਦਾ, ਨਰਕਾਂ 'ਚ ਜਾਂਦਾ ਹੈ। ਤੇ ਐਸਾ ਜਿਹੜਾ ਹੈ ਨਰਕਾਂ ਦੇ ਵਿੱਚ, ਨਰਕ ਪਾਤੀ ਦਾ ਇਹ ਵੀ ਅਰਥ ਹੈ ਵੀ ਨਰਕਾਂ ਦੇ ਵਿੱਚ ਵੱਡਾ ਨਰਕ ਹੈ ਜਿਹੜਾ, ਜਿਵੇਂ ਨਰਾਂ ਦੇ ਵਿੱਚ ਨਰਪਤੀ ਹੁੰਦਾ ਬਾਦਸ਼ਾਹ, 18 ਨਰਕਾਂ ਦੇ ਵਿੱਚ ਇੱਕ ਕੁੰਭੀ ਨਰਕ ਹੈ। ਕਹਿੰਦੇ ਨੇ ਵੀ ਉਸ ਦਾ ਮੂੰਹ ਜਿਹੜਾ ਹੈ ਕੁੱਤੇ ਵਰਗਾ ਹੈ, ਕੁੱਤੇ ਦੇ ਮੂੰਹ ਵਰਗਾ ਉਹਦੀ ਸ਼ਕਲ ਹੈ, ਤੇ ਘੜੇ ਵਰਗਾ ਵੀ ਮੰਨਿਆ ਕਿ ਐਸਾ ਜਿਹੜਾ ਹੈ। ਤੇ ਉਸ ਨਰਕ ਪਾਤੀ ਹੋਵਤ ਸੁਆਨ, ਇਹ ਬੋਲੇ ਪੰਕਤੀ ਦੁਆਰੇ, ਸੋ ਨਰਕ ਪਾਤੀ ਹੋਵਤ ਸੁਆਨ। ਸੁਆਨ ਨਾਮ ਕੁੱਤੇ ਦਾ ਹੈ। ਉਹ ਨਰਕਾਂ ਦੇ ਜੋ ਵੱਡਾ ਨਰਕ ਜਿਹੜਾ ਹੈ ਕੁੰਭੀ ਪਾਕ ਨਰਕ, ਉਹਦੇ ਵਿੱਚ ਪੈਂਦਾ, ਫਿਰ ਉਹਦੇ ਪਤਨ ਡਿੱਗਦਾ ਹੈ। ਉਹ ਜਦੋਂ ਨਰਕਾਂ ਦੇ ਵਿੱਚੋਂ ਨਿਕਲਦਾ ਹੈ, ਨਰਕ ਪਾਤੀ ਹੋਵਤ ਸੁਆਨ, ਫਿਰ ਸੁਆਨ ਕੁੱਤੇ ਦੀਆਂ ਨੀਵੀਆਂ ਜੂਨਾਂ ਪ੍ਰਾਪਤ ਹੁੰਦੀਆਂ, ਹੋਵਤ ਹੁੰਦੀਆਂ ਨੇ ਫਿਰ ਉਸ ਨੂੰ। ਤੋ ਇਸ ਕਰਕੇ ਉਹ ਹੰਕਾਰੀ ਪੁਰਸ਼ ਕੁੱਤੇ ਦੀ ਨਿਆਈ ਅੰਤ ਨੂੰ ਨਰਕਾਂ 'ਚ ਪਾਤੀ ਡਿੱਗਣ ਵਾਲਾ ਹੁੰਦਾ ਹੈ। ਜੋ ਜਾਣੈ ਮੈਂ ਜੋਵਨਵੰਤ, ਤੇ ਹੁਣ ਕਹਿੰਦੇ ਨੇ ਵੀ ਜਿਹੜਾ ਜਵਾਨੀ ਦਾ ਹੰਕਾਰ ਕਰੇ ਵੀ ਮੇਰੇ ਵਰਗਾ ਜਵਾਨ ਨਹੀਂ ਕੋਈ, ਮੇਰੇ ਵਰਗਾ ਬਲ ਨਹੀਂ ਕੋਈ, ਮੈਂ ਜੋਬਨ ਵਾਲਾ ਹਾਂ, ਮੈਂ ਅਤੀ ਅੰਤ ਸੁੰਦਰ ਹਾਂ, ਮੇਰੇ ਵਰਗਾ ਸੋਹਣਾ ਨਹੀਂ ਹੈ ਕੋਈ, ਜੋ ਇਸ ਪ੍ਰਕਾਰ ਦਾ ਹੰਕਾਰੀ ਹੋਵੇ, ਸੋ ਹੋਵਤ ਬਿਸ਼ਟਾ ਕਾ ਜੰਤ, ਉਹ ਜੰਤ ਜੀਵ ਬਿਸ਼ਟਾ ਗੰਦਗੀ ਦਾ ਕੀੜਾ ਬਣਦਾ ਹੈ। ਸੋ ਪ੍ਰਭ ਚਿਤ ਨ ਆਵੇ ਬਿਸ਼ਟਾ ਕੇ ਕੀੜੇ, ਗੰਦਗੀ ਦਾ ਕੀੜਾ ਬਣਦਾ ਹੈ। ਉਹ ਜੰਤ ਜੀਵ ਦਾ ਜਿਹੜਾ ਸਾਧ ਸੰਜੀ ਦੁਰਗੰਧੀ ਰੂਪ ਨਰਕ ਵਿੱਚ ਵਾਸਾ ਹੁੰਦਾ ਹੈ, ਉਸ ਦਾ ਆਪਸ ਕੋ ਕਰਮਵੰਤ ਕਹਾਵੇ, ਆਪਣੇ ਆਪ ਨੂੰ ਚੰਗਾ ਕਰਮਵੰਤ, ਕਰਮ ਕਰਨ ਵਾਲਾ, ਮੇਰੇ ਵਰਗਾ ਸ੍ਰੇਸ਼ਟ ਕਰਮ ਕਾਂਡੀ ਨਹੀਂ ਹੈ ਕੋਈ, ਜਿਹੜਾ ਇਸ ਤਰ੍ਹਾਂ ਕਹਾਉਂਦਾ ਹੈ ਹੰਕਾਰ ਦੇ ਵਿੱਚ ਮੈਂ ਚੰਗੇ ਕਰਮ ਕਰਨ ਵਾਲਾ ਹਾਂ। ਜਨਮ ਮਰੈ ਬਹੁ ਜੋਨ ਪ੍ਰਮਾਵੇ, ਉਹ ਜਨਮ ਧਾਰ ਕੇ ਉਦੋਂ ਬਾਅਦ ਮਰੈ ਮਰਦਾ ਹੈ, ਜੰਮਦਾ ਤੇ ਮਰਦਾ ਹੈ, ਮਰਦਾ ਤੇ ਜੰਮਦਾ ਹੈ। ਇੱਕ ਵਾਰੀ ਨਹੀਂ, ਸੈਂਕੜੇ ਹਜ਼ਾਰਾਂ ਲੱਖਾਂ ਵਾਰ ਬਹੁਤ ਸ਼ਬਦ ਆ ਗਿਆ। ਬਹੁਤ ਜੋਨ ਪ੍ਰਮਾਵ ਹੈ, ਤੇ ਉਹ ਜੰਮਦਾ ਮਰਦਾ ਤੇ ਬਹੁਤ ਜੋਨੀਆਂ ਦੇ ਅੰਦਰ ਭਰਮਣ ਕਰਦਾ, ਚੱਕਰ ਕੱਟਦਾ ਫਿਰਦਾ ਹੈ। ਧਨ ਭੂਮਿਕਾ ਜੋ ਕਰੈ ਗੁਮਾਨ, ਜਿਹੜਾ ਮਨੁੱਖ ਧਨ ਦੌਲਤ ਤੇ ਭੂਮ ਜ਼ਮੀਨ ਦਾ ਹੰਕਾਰ ਕਰਦਾ ਵੀ ਮੇਰੇ ਕੋਲ ਬਹੁਤ ਜ਼ਮੀਨ ਹੈ, ਕਿਸੇ ਕੋਲ ਨਹੀਂ, ਪਿੰਡ ਚੈਨੀ ਜਿੰਨ ਜੀ ਮੇਰੇ ਕੋਲ ਹੈ, ਇਲਾਕੇ ਦੇ ਵਿੱਚ ਮੇਰੇ ਕੋਲ ਜ਼ਮੀਨ ਸਭ ਤੋਂ ਵੱਧ ਹੈ, ਇਸ ਤਰ੍ਹਾਂ ਦਾ ਜਿਹੜਾ ਹੰਕਾਰ ਕਰਦਾ ਹੈ। ਜਾਂ ਫਿਰ ਮੇਰੇ ਕੋਲ ਧਨ ਦੌਲਤ ਬਹੁਤ ਹੈ, ਮੈਂ ਬਹੁਤ ਵੱਡਾ ਅਮੀਰ ਹਾਂ, ਇਹ ਗੁਮਾਨ ਹੰਕਾਰ ਕਰਦਾ ਹੈ। ਜੋ ਸੋ ਮੂਰਖ ਅੰਧਾ ਅਗਿਆਨ, ਉਹਨੂੰ ਤਾਂ ਮੂਰਖ ਸਮਝਣਾ ਚਾਹੀਏ। ਉਹ ਮੂਰਖ ਅਗਿਆਨ ਕਰਕੇ ਅੰਨਾ ਹੋਇਆ ਹੈ। ਜਾਂ ਇਉਂ ਕਹੋ ਵੀ ਸ਼ਾਸਤਰਕ ਗਿਆਨ ਵੱਲੋਂ ਅੰਨਾ ਹੋਇਆ ਵੈ, ਪਰਮਾਰਥ ਵੱਲੋਂ ਅਗਿਆਨੀ ਹੈ, ਵਿਵਹਾਰਾਂ ਵੱਲੋਂ ਮੂਰਖ ਪੁਰਸ਼ ਹੈ ਉਹ, ਜਿਹਨੂੰ ਐਸਾ ਹੰਕਾਰ ਹੈ। ਕਰ ਕਿਰਪਾ ਜਿਸ ਕੈ ਹਿਰਦੈ ਗਰੀਬੀ ਵਸਾਵੇ, ਜਿਹਦੇ ਉੱਤੇ ਕਿਰਪਾ ਕਰਕੇ ਵਾਹਿਗੁਰੂ ਨੇ ਜਿਹਦੇ ਤੇ ਕਿਰਪਾ ਕਰ ਦਿੱਤੀ, ਹਿਰਦੇ ਦੇ ਅੰਤਸ਼ਕਰਨ ਵਿੱਚ ਵਾਹਿਗੁਰੂ ਕਿਰਪਾ ਕਰਕੇ, ਗਰੀਬੀ ਨਾਮ ਨਿਮਰਤਾ ਦਾ ਹੈ, ਨਿਮਰਤਾ ਵਸਾ ਦਿੰਦਾ ਹੈ। ਜਿਵੇਂ ਮਸਕੀਨੀਆਂ ਤੇ ਕਿਰਪਾ ਹੋ ਗਈ, ਇਹ ਕਿਰਪਾ ਹੋ ਗਈ ਹੈ, ਵਾਹਿਗੁਰੂ ਦੀ ਕਿਰਪਾ ਹੋਈ ਜਿਹੜਾ ਇੰਨਾ ਨਿਮਰਤਾ 'ਚ ਆ ਗਿਆ। ਆਪਣਾ ਅਪਮਾਨ ਕਿਹਦਾ ਜੀ ਕਰਦਾ ਵੀ ਮੇਰਾ ਅਪਮਾਨ ਹੋਵੇ, ਉਹ ਵੀ ਪਰੇ 'ਚ। ਜਿੱਥੇ ਲੋਕੀ ਇਹਨਾਂ ਸਤਿਕਾਰ ਕਰਦੇ, ਹਾਰ ਗਲ 'ਚ ਪਾਉਂਦੇ ਵੀ ਜਿੱਤਦਾ ਹਰੇਕ ਥਾਂ ਤੇ ਮਸਕੀਨੀਆਂ। ਇਸ ਕਰਕੇ ਇਹ ਜਦੋਂ ਇਸ ਤਰ੍ਹਾਂ ਦੀ ਗਰੀਬੀ ਨਿਮਰਤਾ ਆ ਜਾਵੇ ਮਸਕੀਨੀਆਂ ਦੀ ਤਰ੍ਹਾਂ, ਨਾਨਕ ਇਹਾ ਮੁਕਤ ਆਗੈ ਸੁਖ ਪਾਵੇ, ਸਤਿਗੁਰੂ ਜੀ ਫਰਮਾਨ ਕਰਦੇ ਨੇ। ਤੇ ਉਹ ਪੁਰਸ਼ ਇਹਾਂ ਐਸ ਲੋਕ ਦੇ ਵਿੱਚ ਤੇ ਮੁਕਤ
ਜੰਮਣ ਮਰਨ ਤੋਂ ਰਹਿਤ ਹੋ ਕੇ ਜਾਏਗਾ। ਅੱਗੇ ਪ੍ਰਲੋਕ ਦੇ ਵਿੱਚ ਵੀ ਪਰਮੇਸ਼ਰ ਵਾਹਿਗੁਰੂ ਦੀ ਦਰਗਾਹ ਦੇ ਵਿੱਚ ਸਦੀਵ ਕਾਲ ਦਾ ਸੁਖ ਪਾਏਗਾ। ਉਹ ਇੱਥੇ ਮੁਕਤੀ ਸ਼ਲੋਕ ਵਿੱਚ ਜੀਵਨ ਮੁਕਤੀ ਤੇ ਅੱਗੇ ਪ੍ਰਲੋਕ ਤੇ ਵਿਦੇਹ ਮੁਕਤੀ ਦੇ ਸੁਖ ਨੂੰ ਪਾਉਣਾ ਕਰੇਗਾ। ਤਨਵੰਤਾ ਹੋਏ ਕਰ ਗਰਭਾਵੇ, ਜੋ ਮਨੁੱਖ ਧਨਵੰਤਾ ਧਨਾੜ ਧਨ ਵਾਲਾ ਹੋ ਕੇ ਗਰਭਾਵੇ ਹੰਕਾਰ ਕਰਦਾ ਹੈ। ਤ੍ਰਿਣ ਸਮਾਨ ਕਛ ਸੰਗ ਨਾ ਜਾਵੇ, ਤ੍ਰਿਣ ਘਾਹ ਦਾ ਨਾਮ ਹੈ, ਸਮਾਨ ਉਹਦੇ ਬਰਾਬਰ। ਰੰਚਕ ਮਾਤਰ ਵੀ ਕੁਝ ਵੀ ਤੇਰੇ ਨਾਲ ਨਹੀਂ ਜਾਣ ਵਾਲਾ, ਕੋਈ ਜਾਂਦਾ ਨਹੀਂ ਹੈ ਨਾਲ। ਐਡਾ ਬੜਾ ਭਾਵੇਂ ਧਨਵਾਨ ਹੈ ਪਰ ਤੇਰੇ ਨਾਲ ਕੁਝ ਨਹੀਂ ਜਾਣਾ। ਰੰਚਕ ਮਾਤਰ ਤ੍ਰਿਣ ਜਿੰਨੀ ਘਾਹ ਦੀ ਇੱਕ ਤੀਲੇ ਜਿੰਨੇ ਵੀ ਤੇਰੇ ਕੋਲ, ਤੇਰੇ ਪਰਿਵਾਰ ਦੇ ਜਿੰਨੇ ਵੀ ਘਰ-ਬਾਰ ਦੇ ਵਿੱਚ ਪਦਾਰਥ ਜੋੜੇ ਵੀ ਕਿਸੇ ਨੇ ਨਾਲ ਨਹੀਂ ਜਾਣਾ, ਨਾਲ ਨਹੀਂ ਜਾਏਗਾ ਕੁਛ ਵੀ। ਬਹੁ ਲਸਕਰ ਮਨੁੱਖ ਉਪਰ ਕਰੇ ਆਸ, ਜਿਹੜਾ ਬਹੁਤੇ ਲਸ਼ਕਰ ਫੌਜਾਂ ਦੇ ਉੱਤੇ ਬਾਦਸ਼ਾਹ ਤੇ ਗੱਲ ਹੈ ਇਹ, ਦੂਸਰੇ ਮਨੁੱਖਾਂ ਦੇ ਉੱਤੇ ਬਹੁਤ ਆਸਾ ਭਰੋਸਾ ਕਰਦਾ ਹੈ ਕਿ ਮੇਰੇ ਕੋਲ ਇੰਨੀਆਂ ਫੌਜਾਂ ਨੇ, ਮੈਂ ਇੰਨੀਆਂ ਫੌਜਾਂ ਦਾ ਸਰਦਾਰ ਹਾਂ, ਮੈਂ ਬੜਾ ਸੂਰਮਾ ਹਾਂ, ਤੇ ਇਸ ਪ੍ਰਕਾਰ ਦਾ ਮੇਰੇ ਕੋਲ ਘੋੜੇ ਹਾਥੀ ਹਨ। ਇਸ ਤਰ੍ਹਾਂ ਦਾ ਜਿਸ ਦੇ ਅੰਦਰ ਬਹੁਤ ਹੀ ਜ਼ਿਆਦਾ ਫੌਜਾਂ ਦੇ ਉੱਤੇ ਆਸ ਰੱਖੀ ਬੈਠਾ ਹੈ। ਪਲ ਭੀਤਰ ਤਾਗਾ ਹੋਏ ਵਿਨਾਸ਼, ਇੱਕ ਪਲ ਥੋੜੇ ਸਮੇਂ ਦੇ, ਥੋੜੇ ਤੋਂ ਥੋੜੇ ਸਮੇਂ, ਪਲਾਂ ਦੀਆਂ ਪਿੱਛੇ ਵਿਆਖਿਆ ਹੋ ਚੁੱਕੀਆਂ ਨੇ। ਤੋ ਇਸ ਪ੍ਰਕਾਰ ਕਹਿੰਦੇ ਇੱਕ ਪਲ ਭੀਤਰ 60 ਪਲਾਂ ਦੀ ਘੜੀ ਹੁੰਦੀ ਹੈ। ਵਿਸਵੇ ਚਸੇ ਘੜੀਆ ਪਹਿਰਾ ਥਿਤੀ ਵਾਰੀ ਮਹਾ ਹੋਆ, ਇਹਦੇ ਸਾਰਾ ਖੁੱਲ ਚੁੱਕਿਆ ਪਿੱਛੇ। ਪਲ ਭੀਤਰ ਉਸ ਦੇ ਵਿੱਚ ਸਭ ਦਾ ਵਿਨਾਸ਼ ਨਾਸ਼ ਹੋ ਜਾਂਦਾ ਹੈ। ਇੱਕ ਛਿਣ ਦੇ ਵਿੱਚ ਸਾਰਾ ਨਾਸ਼ ਹੋ ਜਾਂਦਾ ਹੈ, ਪਲ ਦੇ ਵਿੱਚ ਹੀ ਨਾਸ਼ ਹੋ ਜਾਂਦਾ ਹੈ। ਸਭ ਤੇ ਆਪ ਜਾਣੈ ਬਲਵੰਤ, ਜਿਹੜਾ ਹੰਕਾਰ ਦੇ ਕਾਰਨ ਆਪਣੇ ਆਪ ਨੂੰ ਸਭ ਸਾਰਿਆਂ ਤੋਂ ਬਲਵੰਤ ਬਲ ਵਾਲਾ ਜਾਣਦਾ ਹੈ। ਛਿਨ ਵਹਿ ਹੋਏ ਜਾਏ ਪਸਮੰਤ, ਇੱਕ ਛਿਣ ਦੇ ਵਿੱਚ ਸਵਾਹ ਬਣ ਜਾਂਦੀ ਹੈ, ਭਸਮ ਹੋ ਜਾਂਦੀ ਹੈ ਸਰੀਰ ਦੀ। ਜਿਹੜਾ ਹੰਕਾਰ ਕਰਦਾ ਸੀ, ਕਿਸੈ ਨਾ ਬਦੈ ਆਪ ਅਹੰਕਾਰੀ, ਉਹ ਕਿਸੇ ਨੂੰ ਵੀ ਵਧੈ ਮਨ ਦਾ ਭਾਵ ਗਿਣਦਾ ਹੀ ਨਹੀਂ ਕਿਸੇ ਨੂੰ, ਇਹ ਮੇਰੇ ਬਰਾਬਰ ਹੈ ਕੋਈ। ਆਪਣੇ ਹੰਕਾਰ ਦੇ ਵਿੱਚ ਹੀ ਰਹਿੰਦਾ ਹੈ। ਜੋ ਧਰਮ ਰਾਏ ਤਿਸ ਕਰੇ ਖੁਆਰੀ, ਇਹੋ ਜਿਹੇ ਮਨੁੱਖ ਨੂੰ ਧਰਮ ਰਾਜ ਖੁਆਰ ਕਰੇਗਾ, ਖੱਜਲ ਕਰੇਗਾ, ਹੰਕਾਰ ਕਰਕੇ ਖੁਆਰੀ ਬੇਇੱਜ਼ਤੀ ਕਰੇਗਾ, ਉਹਦੀ ਬੇਇੱਜ਼ਤੀ ਹੋਏਗੀ। ਗੁਰ ਪ੍ਰਸਾਦ ਜਾ ਕਾ ਮਿਟੈ ਅਭਿਮਾਨ, ਗੁਰੂ ਦੀ ਕਿਰਪਾ ਨਾਲ ਜਿਹਦੇ ਹਿਰਦੇ ਦੇ ਵਿੱਚੋਂ ਹੰਕਾਰ ਮਿਟ ਗਿਆ, ਗੁਰੂ ਦੀ ਕਿਰਪਾ ਦੁਆਰਾ ਹੀ ਮਿਟਦਾ ਹੈ। ਜਿਹਦਾ ਹੰਕਾਰ ਮਿਟ ਗਿਆ, ਅੱਗੇ ਦੱਸਦੇ ਹਨ, ਸੋ ਜਨ ਨਾਨਕ ਦਰਗਹ ਪਰਵਾਨ। ਮਹਾਰਾਜ ਕਥਨ ਕਰਦੇ ਨੇ ਉਹ ਜਨ ਪੁਰਖ ਪਰਲੋਕ ਦੇ ਵਿੱਚ ਪ੍ਰਵਾਨਿਕ ਹੋਏਗਾ, ਉਹਦਾ ਸਤਿਕਾਰ ਹੋਏਗਾ ਕਿ ਤੂੰ ਨਿਮਰਤਾ ਵਾਲਾ ਹੈ। ਇਸ ਕਰਕੇ ਪਰਮੇਸ਼ਰ ਉਹਦਾ ਆਦਰ ਦੇ ਸਹਿਤ ਉਹਨੂੰ ਪ੍ਰਲੋਕ ਤੇ ਆਪਣੇ ਬੈਕੁੰਠ ਵਿੱਚ ਥਾਂ ਦੇਵੇਗਾ। ਕੋਟ ਕਰਮ ਕਰੈ ਹੋ ਧਾਰੇ, ਤੇ ਜੋ ਜੀਵ ਕਰੋੜਾਂ ਕਰਮ ਕਰਦਾ ਹੋਇਆ, ਉਹਨਾਂ ਕਰਮਾਂ ਦੇ ਨਾਲ ਹਉਮੈ ਧਾਰਨ ਕਰਦਾ ਹੈ। ਕਰਮ ਚੰਗੇ ਕਰਦਾ ਪਰ ਨਾਲ ਹੰਕਾਰ ਕਰਦਾ ਹੈ, ਹੰਕਾਰ ਧਾਰਨ ਕਰ ਲਿਆ, ਹਉਮੈ ਕਰ ਲਈ। ਸ਼ਰਮ ਪਾਵੈ ਸਗਲੇ ਵਿਰਥਾਰੇ, ਤੇ ਫਿਰ ਉਹਦਾ ਹਾਲ ਕੀ ਹੈ? ਤੀਰਥ ਵਰਤ ਔਰ ਦਾਨ ਕਰ, ਮਨ ਮੈਂ ਤਰੈ ਗੁਮਾਨ, ਨਾਨਕ ਨੇ ਫਲ ਜਾਤੇ ਜਿਉ ਕੁੰਚਰੇ ਇਸ਼ਨਾਨ। ਹਾਥੀ ਦਾ ਇਸ਼ਨਾਨ ਕੀਤਾ, ਭਾਵੇਂ ਗੰਗਾ ਦੇ ਪਾਣੀ ਨਾਲ ਨਲਾ ਦੋ ਉਹਨੂੰ ਕੀ ਪਤਾ ਵੀ ਗੰਗੇ ਦੇ ਪਾਣੀ ਨਾਲ ਮੈਨੂੰ ਪਵਿੱਤਰ ਕਰ ਰਹੇ ਨੇ, ਤੇ ਮੁੜ ਕੇ ਸਵਾਹ ਪਾ ਲੈਂਦਾ ਹੈ, ਸੁੰਡ ਦੇ ਨਾਲ ਚੱਕ ਕੇ ਸਵਾਹ ਪਾ ਲੈਂਦਾ। ਇਸੇ ਤਰ੍ਹਾਂ ਤੀਰਥਾਂ ਤੇ ਇਸ਼ਨਾਨ ਕਰਨਾ, ਵਰਤ ਰੱਖਣੇ, ਦਾਨ ਦੇਣਾ, ਜਦੋਂ ਹੰਕਾਰ ਕਰ ਲਿਆ, ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਉਹ ਤਾਂ ਹਾਥੀ ਦੇ ਇਸ਼ਨਾਨ ਦੀ ਤਰ੍ਹਾਂ ਨਿਹਪਲ ਹੋ ਗਿਆ। ਸੋ ਇਸ ਕਰਕੇ ਜਿੰਨੇ ਵੀ ਉਸ ਨੇ ਜਿਹੜੇ ਸ਼ਰਮ ਪਾਵੈ, ਸ਼ਰਮ ਨਾਮ ਥਕੇਵੇਂ ਦਾ ਹੁੰਦਾ ਹੈ, ਬੜੇ ਕਸ਼ਟ ਦੇ ਨਾਲ ਜਿਹੜੇ ਕਰਮ ਕੀਤੇ ਸੀ, ਉਹ ਸਾਰੇ ਕਰਮ ਹੰਕਾਰ ਕਰਤੇ। ਹੰਕਾਰ ਕਰਨ ਕਰਕੇ ਬਿਰਥਾਰੇ ਦੇ ਅਰਥ ਹੀ ਬਿਰਥੇ ਹੋ ਗਏ,
ਕੋਈ ਉਹਨਾਂ ਦਾ ਫਲ ਨਾ ਰਿਹਾ। ਤੋ ਇਸ ਕਰਕੇ ਹਾਥੀ ਦੇ ਇਸ਼ਨਾਨ ਦੀ ਤਰ੍ਹਾਂ ਨਿਫਲ ਹੋ ਗਏ ਹਨ। ਅਨਕ ਤਪੱਸਿਆ ਕਰੇ ਅਹੰਕਾਰ। ਤੇ ਫਿਰ ਤਪੱਸੀਆਂ ਨੂੰ ਵੀ ਦੱਸਦੇ ਨੇ, ਕਹਿੰਦੇ ਜੋ ਅਨੇਕਾਂ ਪ੍ਰਕਾਰ ਦੀ ਤਪੱਸਿਆ ਕਰਕੇ ਹੰਗਤਾ ਕਰਦੇ ਐ ਕਿ ਮੈਂ ਜੀ ਇੰਨੀਆਂ ਧੂਣੀਆਂ ਤਾਪੀਆਂ, ਮੈਂ ਇੰਨੇ ਜਲ ਧਾਰੇ ਕਰਨੇ, ਜਲ ਧਾਰੇ ਕੀਤੇ ਐ, ਮੈਂ ਇੰਨੇ ਚਲੀਸੇ ਕੱਟੇ ਨੇ, ਮੈਂ ਆਹ ਮੰਤਰ ਸਾਧਿਆ, ਮੈਂ ਬੜੀ ਤਪੱਸਿਆ ਕੀਤੀ ਜੀ, 12 ਸਾਲ ਤਪੱਸਿਆ ਕੀਤੀ। ਜਿਹੜਾ ਹੰਕਾਰ ਕਰਦਾ ਹੈ ਨਰਕ ਸੁਰਗ ਫਿਰ ਅਵਤਾਰ। ਉਹ ਮੁੜ ਮੁੜ ਕੇ ਨਰਕ ਦੇ ਵਿੱਚ ਜਾਏਗਾ, ਦੋਜ਼ਕਾਂ ਦੇ ਵਿੱਚ ਜਾਏਗਾ ਤੇ ਸੁਰਗ ਬਿਹਸਤ ਵਿੱਚ ਅਵਤਾਰ ਨਾਮ ਉਤਰਦਾ ਹੈ। ਭਾਵ ਕਿ ਜਿਹੜੇ ਚੰਗੇ ਕਰਮ ਕੀਤੇ ਹੈ, ਉਹ ਚੰਗੇ ਕਰਮਾਂ ਦਾ ਤਪੱਸਿਆ ਦਾ ਫਲ, ਜਿਹੜੀ ਇੱਛਾ ਰੱਖ ਕੇ ਤਪੱਸਿਆ ਕੀਤੀ, ਸਵਰਗ ਦੀ ਪ੍ਰਾਪਤੀ ਹੋ ਗਈ। ਚੰਗੇ ਕਰਮ ਕੀਤੇ, ਸਵਰਗ ਮਿਲ ਗਿਆ। ਜਦੋਂ ਪੁੰਨ ਸਮਾਪਤ ਹੋ ਗਏ, ਜਿਵੇਂ ਪਹਾੜ ਤੋਂ ਛੋਟਾ ਜਿਹਾ ਪੱਥਰ ਰੋੜ ਦਈਦਾ ਨਾ, ਐ ਨਰਕਾਂ ਚੋਂ ਹੇਠਾਂ ਭਗਾ ਕੇ ਮਾਰਦੇ ਆ, ਰੋੜ ਦਿੰਦੇ ਆ। ਸਵਰਗ ਦੇ ਵਿੱਚੋਂ ਮਨੁੱਖ ਰੋੜਿਆ ਜਾਂਦਾ ਹੈ। ਉਹ ਫਿਰ ਨਰਕਾਂ ਦੇ ਵਿੱਚ ਜਾ ਕੇ, ਨਾਰਕੀ ਜੀਵਾਂ ਦੇ ਵਿੱਚ ਜਾ ਕੇ ਫਿਰ ਉੱਥੇ ਜਨਮ ਧਾਰਦਾ, ਉੱਥੇ ਜਾਣਾ ਹੁੰਦਾ। ਨਰਕ ਸੁਰਗ ਫਿਰ ਅਵਤਾਰ, ਉਹਦਾ ਮੁੜ ਮੁੜ ਕੇ ਆਉਣਾ ਹੁੰਦਾ ਜੂਨਾਂ ਦੇ ਅੰਦਰ। ਇੱਥੇ ਅਵਤਾਰ ਦਾ ਅਰਥ ਜਿਹੜਾ ਹੈ ਨਾ, ਉਹ ਉਤਰਨਾ ਕਰਨਾ, ਭੜਕਣਾ ਕਰਨਾ। ਜਿਵੇਂ ਭਗਵਾਨ ਵਿਸ਼ਨੂੰ ਦੇ ਅਵਤਾਰ ਨੂੰ ਉਹਨਾਂ ਦੇ ਨਾਲ ਨਹੀਂ ਇਹ ਮਿਲਦੀ ਹੈ ਗੱਲ। ਇਸ ਪ੍ਰਕਾਰ ਉਹ ਬਾਰ-ਬਾਰ ਜੂਨਾਂ ਵਿੱਚ ਆਉਂਦਾ। ਆਉਣ ਤੋਂ ਭਾਵ ਹੈ ਅਵਤਾਰ ਇੱਥੇ। ਹਾਂਜੀ ਅੱਗੇ, ਅਨਕ ਯਤਨ ਕਰ ਆਤਮ ਨਹੀਂ ਦਰਵੈ। ਅਨੇਕਾਂ ਸਾਧਨ ਰੂਪ ਯਤਨ ਉਦਮ ਕਰਕੇ, ਜਿਸ ਦਾ ਆਤਮਾ ਇੱਥੇ ਆਤਮ ਨਾਮ ਮੰਨਦਾ ਹੈ। ਮਨ ਸਤਿਗੁਰਾਂ ਦੇ ਪਿਆਰ ਵਿੱਚ ਦਰਬੈ ਨਰਮ ਭਾਵ ਕੋਮਲ ਨਹੀਂ ਹੁੰਦਾ। ਅਨੇਕਾਂ ਯਤਨ ਕਰੇ, ਅਨੇਕਾਂ ਸਾਧਨ ਰੂਪ ਯਤਨ ਉਦਮ ਕਰੇ, ਤੇ ਇਹਦੇ ਨਾਲ ਮਨ ਜਿਹੜਾ ਹੈ ਸਤਿਗੁਰਾਂ ਦੇ ਪਿਆਰ ਵਿੱਚ, ਵਾਹਿਗੁਰੂ ਦੇ ਪਿਆਰ ਵਿੱਚ ਦਰਬੈ ਨਰਮ ਭਾਵ ਕੋਮਲ ਨਹੀਂ ਹੁੰਦਾ ਹੈ। ਨਹੀਂ ਦਰਬੈ ਹਰ ਦਰਗਹਿ ਕਹੋ ਕੈਸੇ ਗਵੈ। ਤੇ ਹਰੀ ਪਰਮੇਸ਼ਰ ਦੀ ਜਿਹੜੀ ਦਰਗਾਹ ਹੈ, ਉਹਦਾ ਦਰਬਾਰ ਹੈ, ਉਹਦੇ ਕਹੋ ਦੱਸੋ ਫਿਰ ਕੈਸੇ ਕਿਸ ਪ੍ਰਕਾਰ ਗਵੈ। ਗਵਤਾ ਹੋਵੇ ਵੀ ਭਾਵ ਕਿਵੇਂ ਜਾਏਗਾ ਉੱਥੇ, ਉਹ ਨਹੀਂ ਹੋ ਸਕਦਾ। ਇਸ ਕਰਕੇ ਹਰੀ ਵਾਹਿਗੁਰੂ ਦੀ ਦਰਗਾਹ ਵਿੱਚ ਉਹਦਾ ਜਸ ਕੈਸੇ ਕਿਸ ਪ੍ਰਕਾਰ ਗਵੈ ਗਾਇਆ ਜਾ ਸਕਦਾ ਹੈ। ਭਾਵ ਨਹੀਂ ਗਾਇਆ ਜਾ ਸਕਦਾ, ਉਹਦਾ ਕੋਈ ਜਸ ਨਹੀਂ ਹੈ। ਆਪ ਸਕੋ ਜੋ ਭਲਾ ਕਹਾਵੇ। ਜਿਹੜਾ ਬੰਦਾ ਆਪਣੇ ਆਪ ਨੂੰ ਭਲਾ ਕਹਾਵੇ ਵੀ ਮੈਂ ਬੜਾ ਚੰਗਾ ਹਾਂ, ਲੋਕਾਂ ਤੋਂ ਕਹਿ ਕੇ ਕਹਾ ਲੈਣਾ, ਅਖਬਾਰਾਂ 'ਚ ਦੇ ਦੇਣਾ, ਕਿਸੇ ਹੋਰ ਵੱਲੋਂ ਨਾ ਕਿਸੇ ਹੋਰ ਦਾ ਦੇ ਦੇਣਾ, ਤੇ ਲਿਖਣਾ ਵੀ ਆਪ ਹੀ ਸਾਰਾ ਕੁਝ, ਤੇ ਵੀ ਫਲਾਣੇ ਨੇ ਵਡਿਆਈ ਕੀਤੀ ਹੈ। ਇਹ ਬਹੁਤ ਸਾਰੇ ਹੈ ਇਸ ਤਰ੍ਹਾਂ ਦੇ। ਜਿਹੜਾ ਦੂਸਰੇ ਤੋਂ ਭਲਾ ਕਹਾ ਲਿਆ, ਆਪਣੇ ਮੂੰਹੋਂ ਭਲਾ ਕਹਿ ਲਿਆ, ਜਿਹੜਾ ਇਸ ਪ੍ਰਕਾਰ ਦਾ ਆਪਣੇ ਆਪ ਦੀ ਵਡਿਆਈ ਕਰਾਉਂਦਾ, ਕਹਾਉਂਦਾ ਭਲਾ ਕਿਸੇ ਤੋਂ, ਤਿਸ ਹੈ ਭਲਾਈ ਨਿਕਟ ਨਾ ਆਵੇ। ਉਹ ਪੁਰਸ਼ ਦੇ ਭਲਾਈ ਜਿਹੜੀ ਹੈ ਨਾ, ਚੰਗਿਆਈ, ਉਹ ਨੇੜੇ ਵੀ ਨਹੀਂ ਆਉਂਦੀ। ਉਹਦੇ ਭਲਾਈ ਨਹੀਂ ਹੈ ਉਹਦੇ ਕੋਲ, ਬਲਕਿ ਬੁਰਾਈ ਹੈ ਅੰਤਸ਼ਕਰਨ ਦੇ ਵਿੱਚ, ਹੰਕਾਰ ਆਦਿਕ। ਸਰਬ ਕੀ ਰੇਨ ਜਾ ਕਾ ਮਨ ਹੋਏ। ਜਿਸ ਦਾ ਮਨ ਅੰਤਸ਼ਕਰਨ ਸਰਬ ਸਾਰਿਆਂ ਦੀ ਚਰਨ ਧੂੜ ਹੋ ਜਾਵੇ। ਕਹੋ ਨਾਨਕ ਤਾਕੀ ਨਿਰਮਲ ਸੋਏ। ਸਤਿਗੁਰੂ ਜੀ ਕਥਨ ਕਰਦੇ ਨੇ, ਉਸ ਦੀ ਲੋਕ ਪਰਲੋਕ ਦੇ ਨਿਰਮਲ ਉਜਲ ਸੋਏ ਸ਼ੋਭਾ ਹੋ ਜਾਂਦੀ ਹੈ। ਜਬ ਲਗ ਜਾਣੈ ਮੁਝ ਤੇ ਕਛ ਹੋਏ। ਜਦੋਂ ਤੱਕ ਇਹ ਜੀਵ ਜਾਣਦਾ ਹੈ ਕਿ ਮੈਂ ਕੁਝ ਮੇਰੇ ਤੋਂ ਹੋ ਰਿਹਾ, ਮੈਂ ਕੁਝ ਕਰ ਰਿਹਾ ਹਾਂ, ਮੈਂ ਮੇਰੀ ਦਾ ਭਾਵ ਹੈ ਕਿ ਮੇਰੇ ਤੋਂ ਹਾਂ ਕੁਝ ਹੋ ਰਿਹਾ, ਮੈਂ ਕਰ ਸਕਦਾ ਹਾਂ, ਇਸ ਪ੍ਰਕਾਰ ਦਾ ਭਾਵ ਹੈ। ਤਬ ਇਸ ਕੋ ਸੁਖ ਨਾਹੀ ਕੋਏ। ਉਦੋਂ ਤੱਕ ਫਿਰ ਇਹਨੂੰ ਕੋਈ ਵੀ ਆਤਮਿਕ ਸੁਖ, ਪ੍ਰਭੂ ਪ੍ਰਾਪਤੀ ਦਾ ਸੁਖ, ਮੁਕਤੀ ਦਾ ਸੁਖ, ਸ਼ਾਂਤੀ ਦਾ ਸੁਖ ਨਾ ਹੀ ਕੋਈ, ਇਹਨੂੰ ਕੋਈ ਵੀ ਇਹਨਾਂ ਸੁੱਖਾਂ ਦੇ ਚੋਂ ਸੁਖ ਨਾ ਹੀ ਕੋਈ ਨਹੀਂ ਸੁਖ ਮਿਲਦਾ। ਜਬ ਲਗ ਮੇਰੀ ਮੇਰੀ ਕਰੈ ਤਬ ਲਗ ਕਾਜ ਏਕ ਨਹੀਂ ਸਰੈ। ਕੋਈ ਵੀ ਕੰਮ ਨਹੀਂ ਸਰਦਾ ਹੈ। ਜਬ ਇਹ ਜਾਣੈ ਮੈਂ ਕਿਛ ਕਰਤਾ। ਜਦੋਂ ਤੱਕ ਇਹ ਜਾਣਦਾ ਹੈ ਵੀ ਮੈਂ ਕੁਝ ਕਰਦਾ ਹਾਂ, ਮੈਂ ਕਰਤਾ ਹਾਂ, ਮੈਂ ਕਰ ਰਿਹਾ ਹਾਂ। ਤਬ ਲਗ ਗਰਭ ਜੋਨ ਮਹਿ ਫਿਰਤਾ। ਇੱਥੇ ਹੁਣ ਭੱਬੇ ਨਾਲ ਇੱਥੇ ਗਰਭ ਮਾਤਾ ਦੇ ਪੇਟ ਦੀ ਬਾਤ ਹੈ।
ਉਨੀ ਦੇਰ ਤੱਕ ਮਾਤਾ ਦੇ ਗਰਭ ਪੇਟ ਦੇ ਜੂਨੀਆਂ ਦੇ ਵਿੱਚ ਭਰਮਣ ਕਰਦਾ ਫਿਰਦਾ ਹੈ। ਜਬ ਧਾਰੈ ਕੋ ਬੈਰੀ ਮੀਤ, ਜਦੋਂ ਤੱਕ ਕੋਈ ਕਿਸੇ ਨੂੰ ਮਨ ਵਿੱਚ ਬੈਰੀ ਦੁਸ਼ਮਣ ਤੇ ਕਿਸੇ ਨੂੰ ਮੀਤ ਮਿੱਤਰ ਇਹ ਧਾਰਨ ਕਰਦਾ ਹੈ ਕਿ ਮੇਰਾ ਮਿੱਤਰ ਹੈ ਫਲਾਣਾ, ਮੇਰਾ ਦੁਸ਼ਮਣ ਹੈ, ਜਦੋਂ ਇਹ ਭਾਵਨਾ ਹੈ ਤਬ ਲਗ ਨਿਹਚਲ ਨਾਹੀ ਚੀਤ, ਉਨੀ ਦੇਰ ਤੱਕ ਇਹਦਾ ਚਿੱਤ ਜਿਹੜਾ ਅਚਲ ਨਹੀਂ ਹੈ, ਇਹਦਾ ਟਿਕਾ ਦੇ ਵਿੱਚ ਨਹੀਂ ਹੈ ਚਿੱਤ, ਕਿਉਂਕਿ ਬੈਰੀ ਤੇ ਮਿੱਤਰ ਰਾਗ ਦਵੈਸ ਕਰਕੇ ਹੀ ਹੈ, ਰਾਗ ਦਵੈਸ ਦੀ ਮੈਲ ਹੈ ਇਹਦੇ ਅੰਦਰ। ਫਿਰ ਜਬ ਲਗ ਮੋਹ ਮਗਨ ਸੰਗ ਮਾਏ, ਜਿੰਨੀ ਦੇਰ ਤੱਕ ਜੀਵ ਮਾਇਆ ਦੇ ਮੋਹ ਸੰਗ ਨਾਲ ਮਗਨ ਮਸਤ ਹੋਇਆ ਵਾ ਰਹਿੰਦਾ ਹੈ, ਤਬ ਲਗ ਧਰਮ ਰਾਏ ਦੇ ਸਜਾਏ, ਉਦੋਂ ਤੱਕ ਧਰਮ ਰਾਜ ਜਿਹੜਾ ਹੈ ਉਹ ਜੀਵਾਂ ਨੂੰ ਕਰਮਾਂ ਧਰਮਾਂ ਦੇ ਅਨੁਸਾਰ ਸਜਾਏ, ਉਹ ਦੰਡ ਦਿੰਦਾ ਹੈ ਉਹਨਾਂ ਦੇ ਅਨੁਸਾਰ ਜੋ ਜੋ ਕਰਮ ਕੀਤੇ ਹਨ। ਪ੍ਰਭ ਕਿਰਪਾ ਤੇ ਬੰਧਨ ਟੂਟੈ, ਵਾਹਿਗੁਰੂ ਦੀ ਕਿਰਪਾ ਦੇ ਨਾਲ ਇਸ ਪ੍ਰਕਾਰ ਦੇ ਜਿਹੜੇ ਜਦੋਂ ਵਾਹਿਗੁਰੂ ਦੀ ਮਿਹਰ ਹੋ ਗਈ, ਕਿਰਪਾ ਹੋ ਗਈ ਹੈ, ਤਾਂ ਜੰਮਣ ਮਰਨ ਰੂਪ ਬੰਧਨ ਜੰਜਾਲ ਉਹਦੇ ਟੁੱਟ ਜਾਂਦੇ ਹਨ। ਗੁਰ ਪ੍ਰਸਾਦ ਨਾਨਕ ਹੋ ਛੂਟੈ, ਤੇ ਸਤਿਗੁਰੂ ਜੀ ਕਥਨ ਕਰਦੇ ਨੇ ਗੁਰੂ ਦੀ ਪ੍ਰਸਾਦ ਕਿਰਪਾ ਕਰਕੇ, ਤੇ ਜਦੋਂ ਹਉਮੈ ਇਹਦੇ ਬੰਧਨ ਛੁੱਟਦੇ ਨੇ ਉਦੋਂ ਫਿਰ ਮੁਕਤ ਹੁੰਦਾ ਹੈ। ਇਹ ਸਤਿਗੁਰੂ ਨੇ ਫਰਮਾਨ ਕੀਤਾ। ਸਹਸ ਖੱਟੇ ਲੱਖ ਕੋ ਉਠ ਧਾਵੈ, ਇਹ ਜੀਵ ਤ੍ਰਿਸ਼ਨਾ ਦਾ ਗ੍ਰਸਿਆ ਹੋਇਆ ਹੈ। ਜੇ ਇਹਦੇ ਕੋਲ 100 ਰੁਪਈਆ ਤਾਂ ਕਹਿੰਦਾ 1000 ਹੋ ਜਵੇ, ਜੇ 1000 ਹੋ ਗਿਆ ਕਹਿੰਦਾ ਲੱਖ ਹੋ ਜਵੇ, ਲੱਖ ਹੋ ਗਿਆ ਕਹਿੰਦਾ ਕਰੋੜ ਹੋ ਜਵੇ। ਇਸ ਤਰ੍ਹਾਂ ਫਿਰ ਅੱਗੇ ਤੋਂ ਅੱਗੇ ਤ੍ਰਿਸ਼ਨਾ ਹੋਏ ਵਧੇਰੇ, ਕੋਟ ਜੋਰ ਹੈ, ਲਾਹ ਕਰੋੜ ਹੈ, ਮਨ ਨਹੀਂ ਹੋ ਰਿਹਾ, ਪਰੇ ਪਰੇ ਹੀ ਕੋਈ ਲੁੱਝੀ ਹੈ, ਐ ਲੁੱਝਦਾ ਰਹਿੰਦਾ। ਇਹ ਤ੍ਰਿਸ਼ਨਾਲੂ ਜੀਵ ਹਜ਼ਾਰਾਂ ਦਾਮੜੇ ਖੱਟੇ ਕਮਾਉਂਦਾ ਤਾਂ ਫਿਰ ਲੱਖ ਕੋਟ ਧਾਵੈ, ਫਿਰ ਲੱਖਾਂ ਵਾਸਤੇ ਯਤਨ ਕਰਦਾ, ਦੌੜਦਾ ਹੈ ਧਾਵੈ, ਨਾ ਦੌੜਦਾ ਹੈ। ਤ੍ਰਿਪਤ ਨ ਆਵੈ ਮਾਇਆ ਪਾਛੈ ਪਾਵੈ, ਤ੍ਰਿਪਤੀ ਨਹੀਂ ਆਉਂਦੀ, ਰੱਜ ਨਹੀਂ ਆਉਂਦਾ, ਮਾਇਆ ਦੇ ਪਿੱਛੇ ਮਨ ਨੂੰ ਪਾਉਂਦਾ ਰਹਿੰਦਾ, ਮਾਇਆ ਇਕੱਠੀ ਕਰਦਾ ਰਹਿੰਦਾ। ਸਿਕੰਦਰ ਦੀ ਸਾਸ ਦੀ ਗੱਲ ਆਉਂਦੀ ਹੈ, ਭਾਵੇਂ ਇਹੋ ਜੀਆਂ ਸਾਖੀਆਂ ਕੁਝ ਕਲਪਿਤ ਰੂਪ ਹੋਇਆ ਕਰਦੀਆਂ ਨੇ, ਪਰ ਉਹਦੇ ਚ ਸਿਧਾਂਤ ਹੈ ਜਿਹੜਾ ਉਹ ਨਹੀਂ ਕਲਪਿਤ ਹੁੰਦਾ। ਇਹ ਸਿਆਣਿਆਂ ਨੇ ਇਹੋ ਜੀਆਂ ਗੱਲਾਂ ਦੇ ਵਿੱਚੋਂ ਸਿੱਖਿਆ ਪ੍ਰਾਪਤ ਕੀਤੀ ਹੈ। ਸਿਕੰਦਰ ਨੇ ਕਹਿੰਦੇ ਇੱਕ ਵਾਰੀ ਸਮੁੰਦਰ ਤੇ ਚੜ੍ਹਾਈ ਕਰ ਦਿੱਤੀ, ਤੇ ਸਮੁੰਦਰ ਤੇ ਚੜ੍ਹਾਈ ਕਰਕੇ ਕਹਿੰਦਾ ਦੇਖ ਮੈਂ ਵੀ ਬਾਦਸ਼ਾਹ ਤੇ ਤੂੰ ਨਦੀਆਂ ਦਾ ਬਾਦਸ਼ਾਹ ਤੇ ਮੈਂ ਨਰਾਂ ਦਾ ਮਨੁੱਖਾਂ ਦਾ ਬਾਦਸ਼ਾਹ, ਵੀ ਆਪਾਂ ਜੰਗ ਕਰ ਮੇਰੇ ਨਾਲ। ਕਹਿੰਦੇ ਸਮੁੰਦਰ ਦੇ ਅਭਿਮਾਨੀ ਦੇਵ ਨੇ ਆ ਕੇ ਪ੍ਰਗਟ ਹੋ ਕੇ ਕਿਹਾ ਵੀ ਮੈਂ ਤਾਂ ਤੇਰੇ ਨਾਲ ਲੜਨ ਜੋਗਾ ਨਹੀਂ ਹੈ। ਉਹ ਕਹਿੰਦਾ ਨਹੀਂ ਲੜਨ ਜੋਗਾ, ਮੇਰੀ ਸ਼ਾਨੀ ਭਰਿਆ ਕਰ। ਕਹਿੰਦਾ ਜੀ ਉਹ ਭਰ ਦੂੰ ਮੈਂ। ਕਹਿੰਦਾ ਮੇਰੀ ਭੇਟਾ ਦੇ। ਉਹਨੇ ਹੀਰੇ ਪੰਨੇ ਸਮੁੰਦਰ ਦੇ ਵਿੱਚੋਂ ਅਭਿਮਾਨੀ ਦੇਵ ਨੇ, ਪ੍ਰਾਣਾ ਧਾਰੀ ਹੈ, ਸਰੀਰ ਧਾਰ ਕੇ ਉਹਨੇ ਲਿਆ ਕੇ ਭੇਟ ਕਰ ਦਿੱਤੇ, ਲੈ ਕੇ ਪ੍ਰਸੰਨ ਹੋ ਗਿਆ। ਜਦੋਂ ਵਾਪਸ ਆਇਆ ਕਹਿਣ ਲੱਗਾ ਓਹੋ ਐਡਾ ਵੱਡਾ ਮੈਂ ਬਾਦਸ਼ਾਹ, ਕਹਿੰਦਾ ਇੰਨੀ ਕੁ ਭੇਟਾ ਦਿੱਤੀ ਹੈ। ਦੁਬਾਰੇ ਫੇਰ ਕਹਿੰਦਾ ਵੀ ਲਾਲਚ ਜਾ ਗਿਆ। ਉਹ ਕਹਿਣ ਲੱਗਾ ਵੀ ਕੀ ਗੱਲ ਤੂੰ ਦੁਬਾਰੇ ਫੇਰ? ਉਹ ਕਹਿੰਦਾ ਵੀ ਉਹ ਤਾਂ ਛੋਟੀ ਵੀ ਇਹਦੇ ਨਾਲ ਨਹੀਂ, ਉਹਨੇ ਮਾਰੀ ਛਲ ਸਾਰਾ ਕਿਨਾਰਾ ਹੀ ਹੀਰੇ ਪੰਨਿਆਂ ਦਾ ਕਰਤਾ। ਕਹਿੰਦਾ ਚੁੱਕੀ ਚੱਲ। ਉਹ ਚੱਕੀ ਗਿਆ, ਬੋਰੀਆਂ ਭਰ ਲੀਆਂ। ਕਹਿੰਦਾ ਵੀ ਨਹੀਂ ਮੇਰੇ ਕੋਲ ਸਮਾਨ ਪਾਉਣ ਵਾਸਤੇ ਨਹੀਂ, ਵੀ ਭਾਂਡਾ ਵੀ ਤੂੰ ਹੀ ਦੇ ਮੈਨੂੰ। ਉਹਨੇ ਇੱਕ ਕਿਸ਼ਤੀ ਛੋਟੀ ਜੀ ਦੇ ਦਿੱਤੀ। ਉਹ ਕਹਿੰਦਾ ਛੋਟੀ ਜੀ ਕਿਸ਼ਤੀ 'ਚ ਇੰਨੇ ਕਿਵੇਂ ਆ ਜਾਣਗੇ? ਕਹਿੰਦਾ ਪਾ ਕੇ ਤਾਂ ਦੇਖ। ਕਹਿੰਦੇ ਉਸ ਨੇ ਜਦੋਂ ਉਹਦੇ 'ਚ ਇੱਕ ਟੋਕਰੀ ਹੀਰਿਆਂ ਦੀ ਪਾਈ, 2 ਟੋਕਰੀਆਂ ਦੀ ਹੋਰ ਜਗ੍ਹਾ ਖੁੱਲ ਗਈ। 10 ਟੋਕਰੀਆਂ ਪਾਈਆਂ, 20 ਦੀ ਖੁੱਲ ਗਈ। 20 ਪਾਈ, 40 ਦੀ ਖੁੱਲ ਗਈ। ਦੁੱਗਣੇ ਖੁੱਲੀ ਜਾਂਦੀ ਹੈ। ਉਹ ਭਰੀ ਨਾ। ਉਹ ਕਹਿੰਦਾ ਵੀ ਇਹ ਕੀ ਗੱਲ ਹੋ ਗਈ? ਇਹ ਤਾਂ ਭਰਦੀ ਹੋ ਨਹੀਂ ਹੈ, ਨਾ ਹੀਰੇ ਮੁੱਕਦੇ ਨਾ ਕਿਸ਼ਤੀ ਭਰਦੀ ਹੈ। ਇਹ ਸਿਆਣਿਆਂ ਨੇ ਇਥੋਂ ਤੱਤ ਕੱਢਿਆ ਹੈ ਕਲਪਿਤ ਸਾਖੀ ਦੇ ਵਿੱਚੋਂ, ਵੀ ਜਿਵੇਂ ਨਾ ਤਾਂ ਕਿਸ਼ਤੀ ਭਰੀ ਨਾ ਸਿਕੰਦਰ ਦਾ ਮਨ ਭਰਿਆ, ਐਕਣ ਤ੍ਰਿਸ਼ਨਾਲੂ ਬੰਦਾ ਜਿਹੜਾ ਪਦਾਰਥਾਂ ਦੇ ਨਾਲ ਤ੍ਰਿਪਤ ਨਾ ਆਵੇ, ਮਾਇਆ ਪਾਛੇ ਪਾਵੇ। ਇਸ ਪ੍ਰਕਾਰ ਦੀ ਹਾਲਤ ਹੈ ਜਿਵੇਂ ਸਿਕੰਦਰ ਦੀ ਹੋਈ। ਅਨਕ ਭੋਗ ਵਿਖਿਆ ਕੀ ਕਰੈ, ਜੀਵ ਅਨੇਕਾਂ ਵਿਸ਼ਿਆਂ ਦੇ ਭੋਗ ਭੋਗਣਾ ਕਰਦਾ ਸਾਰੀ ਜ਼ਿੰਦਗੀ। ਨਹਿ ਤ੍ਰਿਪਤਾਵੈ ਖਪ ਖਪ ਮਰੈ, ਕਿਸੇ ਪ੍ਰਕਾਰ ਦੀ
ਤ੍ਰਿਪਤਾਵੇ ਨਾਮ ਰੱਜ ਜਾਣਦਾ ਹੈ, ਰੱਜ ਨਹੀਂ ਆਉਂਦਾ, ਖੱਪ ਖੱਪ ਕੇ ਹੰਭ ਕੇ ਮਰ ਜਾਂਦੇ ਆ, ਸਰੀਰ ਰੋਗੀ ਹੋ ਜਾਂਦੇ, ਭੋਗੰ ਤਾਂ ਰੋਗੰ, ਇਸ ਪ੍ਰਕਾਰ ਦੀ ਇਹਦੀ ਹਾਲਤ ਹੋ ਜਾਂਦੀ ਹੈ, ਤ੍ਰਿਪਤੀ ਨਹੀਂ ਆਉਂਦੀ। ਬਿਨਾ ਸੰਤੋਖ ਨਹੀਂ ਕੋ ਰਾਜੈ, ਸੰਤੋਖ ਤੋਂ ਬਿਨਾ ਕੋਈ ਵੀ ਨਹੀਂ ਰੱਜਦਾ, ਅੱਜ ਤੱਕ ਨਹੀਂ ਕੋਈ ਰੱਜਿਆ ਹੈ। ਸੁਪਨ ਮਨੋਰਥ ਬ੍ਰਿਥੇ ਸਭ ਕਾਜੈ, ਸੁਪਨੇ ਦੀ ਤਰ੍ਹਾਂ ਸਾਰੇ ਜਿਹੜੇ ਮਨੋਰਥ ਮਨ ਦੇ ਸੰਕਲਪ ਉਹ ਤਾਂ ਵਿਅਰਥ ਹੀ ਨੇ ਸਾਰੇ ਕਾਰਜ ਇਸ ਦੇ। ਜਿਵੇਂ ਸੁਪਨਾ, ਉਹਦੇ 'ਚ ਜਿਉਂ ਸੁਪਨੇ ਦੇ ਵਿੱਚ ਕੋਈ ਭਿਖਾਰੀ ਰਾਜਾ ਬਣ ਕੇ ਬਹਿ ਜਾਵੇ, ਰਾਜਾ ਥੋੜੀ ਹੋ ਗਿਆ, ਕੰਗਾਲ ਹੀ ਰਹੂਗਾ ਉੱਠ ਕੇ ਜਾਂ ਦੇਖਦਾ। ਇਸੇ ਤਰ੍ਹਾਂ ਕਈਆਂ ਦੇ ਮਨ ਦੀ ਜਿਹੜੇ ਸੰਕਲਪਾਂ ਦੀ ਦੁਨੀਆ ਦੇ ਵਿੱਚ ਹੀ ਰਹਿੰਦੇ ਨੇ, ਉਹ ਵੀ ਮੈਂ ਅਮੀਰ ਜਾਂ ਇੰਨੇ ਮੇਰੇ ਕੋਲ ਧਨ ਹੋ ਜਾਵੇ, ਮੈਂ ਆਹ ਕਰ ਲਾਂ। ਉਹ ਸ਼ੇਖ ਸੀਲੀ ਵਾਲੀ ਗੱਲ ਹੈ, ਉਹ ਬੜੀ ਮਸ਼ਹੂਰ ਹੈ। ਸ਼ੇਖ ਸੀਲੀ ਦੀਆਂ ਬਹੁਤ ਗੱਲਾਂ ਪ੍ਰਸਿੱਧ ਨੇ। ਕਹਿੰਦੇ ਇੱਕ ਵਾਰੀ ਇਹ ਕਿਤੇ ਬਿਰਸ਼ ਦੇ ਉੱਤੇ ਬੈਠਾ ਨਾ, ਉਹ ਲੱਕੜ ਕੱਟਣ ਲੱਗਿਆ, ਬੈਠਾ ਦੂਏ ਪਾਸੇ, ਲੱਕੜ ਇੱਧਰ ਪਾਸੋਂ ਵੱਢ ਰਿਹਾ, ਉਹ ਕੋਈ ਰਾਹੀ ਜਾਂਦਾ ਸੀ। ਉਹ ਕਹਿੰਦਾ, ਉਹ ਭਾਈ, ਕਹਿੰਦਾ ਡਿੱਗ ਜਾਏਗਾ, ਕਹਿੰਦਾ ਡਿੱਗ ਕੇ ਮਰ ਜਾਏਗਾ, ਕਹਿੰਦਾ ਤੂੰ ਇਸ ਕਰਕੇ, ਕਹਿੰਦਾ ਤੂੰ ਤਾਂ ਇੱਥੇ ਬੈਠਾ, ਕਹਿੰਦਾ ਮੈਂ ਕਿਵੇਂ ਮਰ ਜਾਊਂਗਾ, ਤੂੰ ਮਰ ਜਾ। ਉਹ ਚਲਿਆ ਗਿਆ, ਜਦੋਂ ਟਾਣਾ ਵੱਢਿਆ ਧੜਮ ਦੇ ਕੇ ਹੇਠਾਂ ਡਿੱਗਿਆ, ਨੱਠ ਕੇ ਜਾ ਕੇ ਕਹਿੰਦਾ ਵੀ ਤੂੰ ਤਾਂ ਕੋਈ, ਮੈਨੂੰ ਐਂ ਲੱਗਦਾ ਵੀ ਅੰਤਰਜਾਮੀ ਆ ਤੂੰ, ਤੈਨੂੰ ਕਿਵੇਂ ਪਤਾ ਲੱਗੇ ਮੈਂ ਡਿੱਗ ਜੂ। ਇਹੋ ਜਿਹਾ ਮੂਰਖ ਸੀ ਉਹ। ਕਹਿੰਦਾ ਵੀ ਜੇ ਤੈਨੂੰ ਇਹ ਪਤਾ ਵੀ ਮੈਂ ਦਰਖਤ ਤੋਂ ਡਿੱਗ ਸਕਦਾ, ਤੈਨੂੰ ਇਹ ਵੀ ਪਤਾ ਹੋਊਗਾ ਵੀ ਮੈਂ ਕਦੋਂ ਮਰੂੰਗਾ। ਉਹ ਖਹਿੜਾ ਛਡਾਉਣ ਦਾ ਮਾਰਾ ਉਹਨੇ ਧਾਗਾ ਉਹਦੇ ਗਲ 'ਚ ਪਾਤਾ, ਕਹਿੰਦਾ ਜਦੋਂ ਟੁੱਟ ਗਿਆ ਉਦੋਂ ਮਰ ਜਾਏਗਾ। ਉਹ ਤਾਂ ਚਲਿਆ ਗਿਆ, ਉਹ ਧਾਗਾ ਕਿਤੇ ਟੁੱਟ ਗਿਆ ਉਹਦੇ ਕੋਲੋਂ, ਆਪਣੀ ਕਬਰ ਖੋਦ ਕੇ ਆਪ ਹੀ ਜਾ ਕੇ ਉੱਥੇ ਪੈ ਗਿਆ ਕਬਰਾਂ 'ਚ। ਉਹਦੇ 'ਚ ਪਿਆ, ਉਧਰੋਂ ਕਿਤੇ ਤੇਲੀ ਅਖਿਆ ਆਉਂਦਾ ਸੀ, ਉਹ ਤੇਲੀ ਦੇ ਵਿਚਾਰਾ ਥੱਕਿਆ ਸੀ, ਕੁੱਪਾ ਤੇਲ ਦਾ ਸੀ ਉਹਦੇ ਕੋਲ। ਕਹਿੰਦਾ ਜੇ ਕੋਈ ਮਜ਼ਦੂਰ ਮਿਲ ਜਾਂਦਾ ਮੈਂ ਉਹਨੂੰ, ਕਹਿੰਦਾ 2 ਪੈਸੇ ਦੇ ਦਿੰਦਾ, ਮੈਨੂੰ ਔਖਾ ਬੜਾ ਹੈ। ਉਹ ਕਬਰ 'ਚ ਪਿਆ ਪਿਆ ਬੋਲ ਕੇ ਕਹਿੰਦਾ ਕੁੱਪਾ ਤਾਂ ਚੱਕ ਲੈਂਦਾ, ਕਹਿੰਦਾ ਪਰ ਮਰੇ ਪਏ ਐ। ਉਹ ਕਹਿੰਦਾ ਉਹ ਮਰਿਆ ਹੋਇਆ ਤਾਂ ਬੰਦਾ ਬੋਲਦਾ ਨਹੀਂ ਹੁੰਦਾ, ਤੂੰ ਬੋਲਦਾ ਹੈ। ਕਹਿੰਦਾ ਤਾਜ਼ਾ ਮਰਿਆ ਹੋਇਆ ਤਾਂ ਬੋਲਦਾ, ਹੁਣੇ ਹੀ ਮਰਿਆ ਜੀ। ਤਾਜ਼ਾ ਮਰਿਆ ਹੋਇਆ ਬੋਲਦਾ ਹੁੰਦਾ। ਉਹਨੇ ਕਿਹਾ ਵੀ ਮੂਰਖ ਹੈ ਬੰਦਾ, ਵੀ ਕੰਮ ਵਧੀਆ ਦੋਗੇ। ਹੁਣ ਕਬਰ 'ਚੋਂ ਬਾਹਰ ਕੱਢ ਲਿਆ, ਕੁੱਪਾ ਚਕਾਤਾ। ਕਹਿੰਦਾ ਕਿੰਨੇ ਪੈਸੇ, ਕਹਿੰਦਾ 2 ਪੈਸੇ। ਕਹਿੰਦਾ ਵੀ 2 ਪੈਸੇ ਦਾ ਕੀ ਆਊਗਾ, ਵੀ ਮੈਂ ਇੱਕ ਆਂਡਾ ਖਰੀਦ ਲੂੰਗਾ, ਫਿਰ ਕਿਸੇ ਦੀ ਮੁਰਗੀ ਦੇ ਹੇਠ ਰੱਖ ਕੇ ਉਹਦੇ ਬਚਾ ਕੱਢ ਲੂੰ, ਫਿਰ ਉਹਦੇ 'ਚ ਮੁਰਗੀਆਂ ਰੱਖ ਲੂੰਗਾ, ਫਿਰ ਹੋਰ ਆਂਡੇ ਹੋਣਗੇ, ਫਿਰ ਮੁਰਗੀਆਂ ਹੋ ਜਾਣਗੀਆਂ, ਮੁਰਗੀਆਂ ਵੇਚ ਕੇ ਬੱਕਰੀਆਂ ਲੈ ਲੂੰਗਾ, ਬੱਕਰੀਆਂ ਵੇਚ ਕੇ ਫਿਰ ਮੈਂ ਮੱਝਾਂ ਲੈ ਲੂੰਗਾ, ਗਾਵਾਂ ਲੈ ਲੂੰਗਾ, ਉਹ ਤੋਂ ਬਾਅਦ ਮਹਿਲ ਬਣਾ ਲੂੰਗਾ, ਕੋਠੀਆਂ ਬਣਾ ਲੂੰ, ਫਿਰ ਮੈਂ ਵਿਆਹ ਕਰਾਉਂਗਾ, ਮੇਰੇ ਪੁੱਤਰ ਹੋਣਗੇ, ਪੋਤਰੇ ਹੋਣਗੇ, ਮੈਂ ਸੱਥ 'ਚ ਬੈਠਾ ਹੋਇਆ ਕਰੂੰਗਾ। ਕਹਿੰਦਾ ਫਿਰ ਮੈਨੂੰ ਆ ਕੇ ਮੇਰਾ ਪੁੱਤ ਕਹੂਗਾ ਬਾਪੂ ਚੱਲ ਘਰ ਨੂੰ, ਕਹਿੰਦਾ ਮੈਂ ਸਿਰ ਮਾਰ ਕੇ ਆਇਆ ਕਹੂੰਗਾ ਮੈਂ ਨਹੀਂ ਜਾਂਦਾ। ਉਹ ਕੁੱਪਾ ਉਹ ਮਾਰਿਆ ਭਗਾ ਕੇ। ਉਹ ਕਹਿੰਦਾ ਉਹ ਤੇਰਾ ਬੇੜਾ ਗਰਕ ਹੋ ਜਾ। ਕਹਿੰਦਾ ਮੇਰਾ ਕੁੱਪਾ ਰੁੜਦਾ। ਉਹ ਕਹਿੰਦਾ ਤੇਰਾ ਤਾਂ ਕੁੱਪਾ ਹੀ ਰੁੜਿਆ, ਮੇਰਾ ਤਾਂ ਟੱਬਰ ਹੀ ਰੁੜ ਗਿਆ ਸਾਰਾ। ਆਖੇ ਕਿਹੜਾ ਟੱਬਰ ਹੋ ਗਿਆ ਆਖੇ ਤੇਰਾ? ਕਹਿੰਦਾ ਵੀ ਇਹ 2 ਪੈਸੇ ਦੇ ਨਾਲ ਹੀ ਬਣਾਇਆ ਸੀ ਸਾਰਾ। ਐ ਜਿਹੜਾ ਨਾ ਸੁਪਨ ਮਨੋਰਥ ਬ੍ਰਿਥੇ ਸਭ ਕਾਜ ਹੈ। ਇਹ ਸੇਖ ਸਿਲੀ ਵਾਲੀ ਗੱਲ ਸਾਡੀ ਹੈ। ਪ੍ਰਾਰਬਧ ਤੇ ਭਰੋਸਾ ਨਹੀਂ, ਮੈਂ ਆਹ ਕਰ ਲੂੰ, ਮੈਂ ਇਉਂ ਕਰ ਲੂੰ, ਮੈਂ ਉਸ ਤਰ੍ਹਾਂ। ਪ੍ਰਾਰਬਧ ਸਾਥ ਨਾ ਦੇ ਕੁਛ ਨਹੀਂ ਹੋ ਸਕਦਾ ਹੈ। ਬਾਕੀ ਤਾਂ ਨਹੀਂ ਫੇ ਸੇਖ ਸੇਤੀ ਵਾਲੀਆਂ ਗੱਲਾਂ ਹੀ ਹਨ ਜੇ। ਸੁਪਨ ਮਨੋਰਥ ਬ੍ਰਿਥੇ ਸਭ ਕਾਜੈ। ਇਉਂ ਕਿ ਸੁਪਨ ਦੀ ਨਿਆਏ ਜਿਵੇਂ ਸੇਖ ਸਿਲੀ ਨੇ, ਇੱਕ ਤਾਂ ਸੁਪਨਾ ਹੁੰਦਾ ਜਿਹੜਾ ਰਾਤ ਨੂੰ ਨੀਂਦ ਆਈ ਤੋਂ ਸੁਪਨਾ ਆਉਂਦਾ ਹੈ। ਜਿਹੜੇ ਸੰਕਲਪਾਂ ਦੇ ਸੁਪਨੇ ਨੇ ਇਹ ਦਿਨੇ ਵੀ ਆਈ ਜਾਂਦੇ ਨੇ, ਹੈ ਇਹ ਵੀ ਸੁਪਨਾ ਹੀ। ਤੋ ਇਸ ਪ੍ਰਕਾਰ ਵੀ ਸੁਪਨ ਦੀ ਮਨਿੰਦ ਇਹ ਸਾਰੇ ਕੰਮ ਜਿਹੜੇ ਨੇ ਵਿਅਰਥੀ ਹਨ। ਇਸ ਤਰ੍ਹਾਂ ਜਿਹੜੇ ਸੰਕਲਪ ਵਿਕਲਪ ਕਰਦਾ ਹੈ। ਨਾਮ ਰੰਗ ਸਰਬ ਸੁਖ ਹੋਏ। ਤੇ ਪਰਮੇਸ਼ਰ ਦੇ ਰੰਗ ਪ੍ਰੇਮ ਦੇ ਵੀ ਸਾਰੇ ਸੁਖ ਪ੍ਰਾਪਤ ਹੋ ਜਾਂਦੇ ਹਨ। ਨਾਮ ਰੰਗ ਸਰਬ ਸੁਖ ਹੋਏ। ਪਰਮੇਸ਼ਰ ਦੇ ਨਾਮ ਦਾ ਰੰਗ ਜਿਹੜਾ ਪ੍ਰੇਮ ਹੈ, ਇਹਦੇ ਵਿੱਚ ਸਾਰੇ ਸੁਖ ਪ੍ਰਾਪਤ ਹੋ ਜਾਂਦੇ ਹਨ। ਵੱਡ ਭਾਗੀ ਕਿਸੈ ਪ੍ਰਾਪਤ ਹੋਏ। ਪਰ ਭਾਈ ਨਾਮ ਕਿਸੇ ਵੱਡੇ ਭਾਗਾਂ ਵਾਲਿਆਂ ਨੂੰ ਪ੍ਰਾਪਤ ਹੁੰਦਾ ਹੈ, ਕਿਸੇ ਬਿਰਲੇ ਨੂੰ ਇਹ ਸੁਖ ਪ੍ਰਾਪਤ ਹੁੰਦੇ ਹਨ। ਕਰਨ ਕਰਾਵਨ ਆਪੀ ਆਪ। ਸਾਰਿਆਂ ਕਾਰਜਾਂ ਦੇ ਕਰਨ ਕਰਾਉਣ ਵਾਲਾ ਪਰਮੇਸ਼ਰ ਆਪ ਹੀ ਹੈ, ਹੋਰ ਨਹੀਂ ਹੈ ਕੋਈ। ਆਪ ਹੀ ਕਾਰਜਾਂ ਨੂੰ ਕਰਨ ਵਾਲਾ ਹੈ ਤੇ ਹੋਰਨਾਂ ਤੋਂ ਪ੍ਰੇਰ ਕੇ ਕਰਾਉਣ ਵਾਲਾ ਵੀ ਆਪ ਹੀ ਹੈ, ਪ੍ਰੇਰਕ ਹੈ। ਸਦਾ ਸਦਾ ਨਾਨਕ ਹਰਿ ਜਾਪ। ਗੁਰੂ ਸਾਹਿਬ ਜੀ ਕਥਨ ਕਰਦੇ ਕਿ ਇਸ ਕਰਕੇ ਸਦਾ ਸਦਾ ਹਮੇਸ਼ਾ ਹਮੇਸ਼ਾ
ਹਰੀ ਵਾਹਿਗੁਰੂ ਦੇ ਨਾਮ ਨੂੰ ਜਾਪ ਜਪਣਾ ਕਰ ਐ ਜੀਵ। ਕਰਨ ਕਰਾਵਨ ਕਰਨੈ ਹਾਰ, ਸਭ ਕਾਰਜਾਂ ਦੇ ਕਰਨ ਕਰਾਉਣ ਵਾਲਾ, ਕਰਨੇ ਹਾਰ ਰਚਣ ਵਾਲਾ ਪਰਮੇਸ਼ਰ ਆਪ ਹੀ ਹੈ। ਇਸ ਕੈ ਹਾਥ ਕਹਾ ਵਿਚਾਰ, ਇਸ ਤੁੱਛ ਜੀਵ ਦੇ ਹੱਥ ਵਿੱਚ ਕੀ ਹੈ ਭਾਈ? ਇਸ ਗੱਲ ਦੀ ਵਿਚਾਰ ਕਰਕੇ ਨਿਰਣਾ ਕਰਕੇ ਦੇਖੋ। ਭਾਵ ਜੀਵ ਦੇ ਹੱਥ ਵਸ ਕੁਝ ਵੀ ਨਹੀਂ ਹੈ। ਹੁਕਮੇ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਏ। ਇਹ ਤਾਂ ਜਿਵ ਤੇ ਸੁਭਾਵੈ ਤਿਵੇਂ ਚਲਾਵੈ। ਜਿਵੇਂ ਉਹਨੂੰ ਪਾਉਂਦਾ ਉਵੇਂ ਚਲਾ ਰਿਹਾ। ਉਹ ਤਾਂ ਬਰਮਾ ਵਿਸ਼ਨੂੰ ਵਰਗਿਆਂ ਨੂੰ ਜਿਵੇਂ ਉਹਦੀ ਮਰਜ਼ੀ ਹੈ ਉਵੇਂ ਚਲਾ ਰਿਹਾ। ਜੀਵ ਕਿਹਦੇ ਵਿਚਾਰੇ ਹਨ? ਉਹਦੇ ਹੁਕਮ ਚ ਹੈ ਸਾਰੇ। ਜੈਸੀ ਦ੍ਰਿਸ਼ਟ ਕਰੇ ਤੈਸਾ ਹੋਏ, ਜਿਹੋ ਜੀ ਪਰਮੇਸ਼ਰ ਪੂਰਬਲੇ ਕਰਮਾਂ ਦੇ ਅਨੁਸਾਰ, ਜਿਹੋ ਜਿਹੇ ਜੀਵ ਨੇ ਕਰਮ ਕੀਤੇ ਉਹਦੇ ਅਨੁਸਾਰ, ਸਭਨਾਂ ਉੱਪਰ ਨਜ਼ਰ ਪ੍ਰਭ ਤੇਰੀ, ਕਿਸੇ ਥੋੜੀ ਕਿਸੇ ਹੈ ਕਨੇਰੀ। ਥੋੜੀ ਬਹੁਤੀ ਕਿਉਂ ਹੈ? ਦਵੈਸ ਥੋੜੀ ਕਰਦਾ ਉਹ, ਕਰਮਾਂ ਦੇ ਅਨੁਸਾਰ ਉਹ ਦ੍ਰਿਸ਼ ਨਜ਼ਰ ਕਰਦਾ ਹੈ। ਤੈਸਾ ਉਹੋ ਜਿਹੇ ਫਿਰ ਉਹਨੂੰ ਤੈਸਾ ਹੋਏ, ਕੀ ਹੋਏ? ਫਲ। ਉਹੋ ਜਿਹਾ ਉਹਨੂੰ ਫਲ ਪ੍ਰਾਪਤ ਹੋ ਜਾਂਦਾ ਹੈ। ਆਪੇ ਆਪ ਆਪ ਪ੍ਰਭ ਸੋਏ, ਸੋਏ ਉਹ ਪ੍ਰਭੂ ਵਾਹਿਗੁਰੂ ਹੁਣ ਵੀ ਆਪ ਹੈ, ਪਿੱਛੇ ਵੀ ਆਪ ਸੀ ਤੇ ਅੱਗੇ ਨੂੰ ਵੀ ਆਪ ਹੀ ਹੋਵੇਗਾ। ਜੋ ਕਿਛ ਕੀਨੋ ਸੋ ਆਪਣਾ ਰੰਗ, ਜਿਹੜਾ ਕੁਝ ਵੀ ਪਰਮੇਸ਼ਰ ਨੇ ਕੀਤਾ ਹੈ ਉਹ ਆਪਣੇ ਰੰਗ ਆਨੰਦ ਵਿੱਚ ਕੀਤਾ ਹੈ। ਐਸਾ ਵਾਹਿਗੁਰੂ ਹੈ, ਉਹ ਆਨੰਦੀ ਹੈ, ਚੋਜਨ ਉਸ ਦੇ ਸਾਰੇ। ਸਭ ਤੇ ਦੂਰ ਸਭ ਹੋ ਕੈ ਸੰਗ, ਸਭ ਸਾਰੇ ਅਗਿਆਨੀਆਂ ਤੋਂ ਤਾਂ ਦੂਰ ਹੈ, ਸਾਰੇ ਵਿਚਾਰਵਾਨਾਂ ਦੇ ਸੰਗ ਨਾਲ ਹੈ। ਸਭ ਤੇ ਦੂਰ ਸਭ ਹੂੰ ਕੈ ਸੰਗ, ਸਭ ਦੀ ਆਤਮਾ ਜੋ ਪਾਪ ਪੁੰਨਾਂ ਤੋਂ ਦੂਰ ਹੈ, ਨਿਰਗੁਣ ਸਰੂਪ ਕਰਕੇ ਸਾਰੇ ਬੇਮੁਖਾਂ ਤੋਂ ਦੂਰ ਹੈ ਤੇ ਗੁਰਮੁਖਾਂ ਦਾ ਸੰਗੀ ਹੈ। ਗੁਰਮੁਖ ਲਾਦਾ ਮਨਮੁਖ ਗਵਾਇਆ, ਉਹੀ ਸਿਧਾਂਤ ਹੈ ਜੀ। ਬੂਝੈ ਦਿਖੈ ਕਰੈ ਵਿਵੇਕ, ਪਰਮੇਸ਼ਰ ਆਪ ਹੀ ਜੀਵ ਦੇ ਕਰਮਾਂ ਨੂੰ ਦੇਖ ਕੇ ਬੁੱਝੇ ਸਮਝਦਾ ਹੈ, ਆਪ ਹੀ ਫਿਰ ਫਲ ਦੇਣ ਦਾ ਵਿਵੇਕ ਵਿਚਾਰ ਕਰੇ ਕਰਦਾ ਹੈ। ਆਪੈ ਹੈ ਏਕ ਆਪੈ ਹੈ ਅਨੇਕ, ਪਰਮੇਸ਼ਰ ਆਪ ਹੀ ਇੱਕ ਨਿਰਗੁਣ ਸਰੂਪ ਹੈ, ਆਪ ਹੀ ਸਰਗੁਣ ਸਰੂਪ ਹੋ ਕੇ ਅਨੇਕਾਂ ਰੂਪਾਂ ਵਿੱਚ ਵਰਤਦਾ ਹੈ। ਮਰੈ ਨਾ ਬਿਨਸੈ ਆਵੈ, ਦੁਬਾਰੇ ਬੋਲੋ ਜੀ। ਮਰੈ ਨਾ ਬਿਨਸੈ ਆਵੈ ਨਾ ਜਾਏ, ਨਾ ਉਹ ਮਰੇ ਮਰਦਾ ਹੈ, ਨਾ ਹੀ ਬਿਨਸੈ ਨਾਸ ਹੁੰਦਾ ਉਹਦਾ, ਨਾ ਜਨਮ ਧਾਰ ਕੇ ਆਵੇ ਆਉਂਦਾ ਹੈ, ਨਾ ਹੀ ਮਰ ਕੇ ਕਿਤੇ ਜਾਏ ਜਾਂਦਾ ਹੈ, ਆਉਣ ਜਾਣ ਤੋਂ ਰਹਿਤ ਹੈ। ਨਾਨਕ ਸਦ ਹੀ ਰਹਿਆ ਸਮਾਏ, ਸਤਿਗੁਰੂ ਜੀ ਕਥਨ ਕਰਦੇ ਹੋ ਪਰਮੇਸ਼ਰ ਸਦ ਹਮੇਸ਼ਾ ਹੀ ਉਹ ਸਾਰਿਆਂ ਥਾਵਾਂ ਤੇ ਵਿਆਪਕ ਹੋ ਕੇ ਸਮਾਏ ਸਮਾ ਰਿਹਾ ਹੈ। ਆਪ ਉਪਦੇਸੈ ਸਮਝੈ ਆਪ, ਪਰਮੇਸ਼ਰ ਆਪ ਹੀ ਆਪ ਉਪਦੇਸ਼ ਹੈ। ਉਹ ਸਤਿਗੁਰੂ ਰੂਪ ਹੋ ਕਰਕੇ ਉਪਦੇਸ਼ ਦਿੰਦਾ, ਸਿੱਖਿਆ ਦਿੰਦਾ ਹੈ। ਉਪਦੇਸ਼ ਹੈ, ਉਪਦੇਸ਼ ਕਰ ਰਿਹਾ ਹੈ। ਸਮਝੇ ਆਪ ਹੀ ਸਿੱਖ ਰੂਪ ਹੋ ਕੇ ਸਮਝਦਾ ਹੈ। ਕਿਤੇ ਆਪ ਪ੍ਰਬੁੱਧ ਚੇਤਨ ਹੋ ਕਰਕੇ, ਕਿਤੇ ਆਪ ਪ੍ਰਬੁੱਧ ਚੇਤਨ ਹੋ ਕਰਕੇ, ਪ੍ਰਬੁੱਧ ਚੇਤਨ ਹੋ ਕੇ ਉਪਦੇਸ਼ ਦਿੰਦਾ ਗੁਰੂ ਰੂਪ ਹੋ ਕੇ, ਆਪ ਪ੍ਰਬੁੱਧ ਚੇਤਨ ਹੋ ਕਰਕੇ ਸਿੱਖ ਰੂਪ ਦੇ ਅੰਦਰ ਉਹ ਗਿਆਨ ਪ੍ਰਾਪਤ ਕਰਦਾ ਹੈ। ਇਸ ਕਰਕੇ ਉਹ ਆਪ ਹੀ ਸਮਝਦਾ ਹੈ ਤੇ ਆਪ ਹੀ ਸਮਝਾਉਂਦਾ ਹੈ। ਆਪੇ ਰਚਿਆ ਸਭ ਕੈ ਸਾਥ, ਆਪ ਹੀ ਸਾਰਿਆਂ ਦੇ ਸਾਥ ਨਾਲ ਰਚਿਆ ਮਿਲਿਆ ਹੋਇਆ ਹੈ। ਆਪ ਕੀਨੋ ਆਪਨ ਵਿਸਥਾਰ, ਆਪਣਾ ਵਿਸਤਾਰ ਪਸਾਰਾ ਉਸਨੇ ਆਪ ਹੀ ਕੀਨੋ ਕੀਤਾ ਹੈ। ਸਭ ਕਛ ਉਸਕਾ ਉਹ ਕਰਨੈ ਹਾਰ, ਸਭ ਸਾਰਾ ਕੁਝ ਜੋ ਸੰਸਾਰ ਦੇ ਵਿੱਚ ਦੇਖ ਰਹੇ ਹਾਂ, ਇਹ ਕੁਝ ਵੀ ਜੋ ਹੈ ਉਹ ਵਾਹਿਗੁਰੂ ਦਾ ਹੀ ਰਚਿਆ ਹੋਇਆ ਹੈ। ਉਹ ਇਸ ਦੇ ਕਰਨਹਾਰ ਕਰਨ ਵਾਲਾ ਹੈ, ਉਹ ਕਰਨਹਾਰ ਹੈ, ਉਸੇ ਨੇ ਕਰਿਆ। ਵਾਹਿਗੁਰੂ ਨੇ ਸੰਸਾਰ ਪੈਦਾ, ਉਸ ਦੇ ਭਿੰਨ ਕਹੋ ਕਿਛ ਹੋਏ, ਉਸ ਵਾਹਿਗੁਰੂ ਤੋਂ ਭਿੰਨ ਵੱਖਰਾ ਦੱਸੋ ਤਾਂ ਸਹੀ ਵੀ ਕੀ ਹੋ ਸਕਦਾ ਹੈ? ਭਾਵ ਕੁਝ ਵੀ ਨਹੀਂ ਹੋ ਸਕਦਾ। ਥਾਨ ਤਨੰਤਰ ਇੱਕ ਸੋਏ, ਤੇ ਸੋਏ ਉਹ ਵਾਹਿਗੁਰੂ ਥਾਨ ਥਾਵਾਂ ਵਿੱਚ, ਥਨੰਤਰ ਥਾਵਾਂ ਦੇ ਵਿੱਚ, ਥਾਨਾਂ ਦੇ ਵਿੱਚ ਹੋਰ ਜਿਹੜੇ ਥਾਨ ਉਹਨੇ ਥਨੰਤਰ ਕਹਿ ਦਿੰਦੇ, ਥਾਵਾਂ ਦੇ ਵਿੱਚ ਹੋਰ ਥਾਂ। ਇਸੇ ਤਰ੍ਹਾਂ ਜਾਂ ਫਿਰ ਥਨੰਤਰੀ ਥਾਨਾਂ ਦਾ ਮਾਲਕ ਹੈ। ਤੇ ਐਸਾ ਜਿਹੜਾ ਵਾਹਿਗੁਰੂ ਹੈ ਥਾਨਾਂ ਦੇ ਵਿੱਚ ਤੇ ਉਹਨਾਂ ਥਾਵਾਂ ਦੇ ਵਿੱਚ ਇੱਕੋ ਪਰਮੇਸ਼ਰ ਵਾਹਿਗੁਰੂ ਹੈ। ਥਾਨਾਂ ਦੇ ਵਿੱਚ ਹੋਰ ਥਾਂ ਜਿਹੜੇ ਨੇ, ਜਿਵੇਂ ਦੇਸ਼ਾਂ ਦੇ ਅੰਦਰ ਹੋਰ ਦੇਸ਼ ਦੇਸ਼ਾਂਤਰ ਕਹਿ ਦਿੰਦੇ ਨੇ ਉਹਨੂੰ,
ਜੇ ਮਕਾਨ ਦੇ ਵਿੱਚ ਹੋਰ ਮਕਾਨ ਹੈ, ਹੋਰ ਕਮਰੇ ਨੂੰ ਦੇ ਵਿੱਚ ਜਾਂ ਭੋਰੇ ਆਦਿ ਬਣੇ ਆ, ਇਸੇ ਤਰ੍ਹਾਂ ਥਾਨਾਂ ਵਿੱਚ ਹੋਰ ਥਾਨ ਜਿੱਥੇ ਵੀ ਹੈ ਉੱਥੇ ਇੱਕੋ ਵਾਹਿਗੁਰੂ ਹੀ ਹੈ, ਸਾਰੇ ਵਿਆਪਕ। ਆਪਣੇ ਚਲਤ ਆਪ ਕਰਣਾ ਹਾਰ, ਆਪਣੇ ਚਲਤ ਨਾਮ ਹੈ ਕੌਤਕਾਂ ਦਾ। ਪਰਮੇਸ਼ਰ ਨੇ ਆਪ ਹੀ ਕਰਨੇ ਹਰ ਕਰਨ ਵਾਲਾ ਹੈ ਇਹਨਾਂ ਕੌਤਕਾਂ ਨੂੰ ਵਾਹਿਗੁਰੂ। ਕੌਤਕ ਕਰੈ ਰੰਗ ਆਪਾਰ, ਉਹ ਵਾਹਿਗੁਰੂ ਆਪ ਹੀ ਬੇਅੰਤ ਇਹਨਾਂ ਕੌਤਕਾਂ ਨੂੰ ਕਰਨ ਵਾਲਾ ਹੈ। ਕੌਤਕ ਕੀ ਹੁੰਦਾ ਹੈ? ਕੌਤਕ ਦਾ ਅਰਥ ਹੈ ਚੋਜ। ਇਹ ਚੋਜਨ ਤੇ ਜਿਹੜਾ ਤਮਾਸ਼ਾ ਹੁੰਦਾ ਹੈ ਉਹ ਸਾਧ ਸੰਗਤ ਤਮਾਸ਼ਾ ਹੁੰਦਾ ਹੈ ਜਿਹੜੀ ਖੇਡ ਹੁੰਦੀ ਹੈ। ਇੱਕ ਖੇਡ ਹੋ ਗਈ, ਤਮਾਸ਼ਾ ਜਿਹੜਾ ਇਹ ਖੇਡ ਹੋ ਗਈ, ਕੌਤਕ ਜਿਹੜਾ ਚੋਜ ਹੋ ਗਏ। ਉਹ ਚੋਜ ਵੀ ਕਰਦਾ ਹੈ, ਸੰਸਾਰ ਦਾ ਤਮਾਸ਼ਾ ਵੀ ਉਸੇ ਨੇ ਕੀਤਾ ਹੈ, ਪਰ ਇੱਥੇ ਕੌਤਕ ਦੀ ਬਾਤ ਹੈ। ਉਹ ਪਰਮੇਸ਼ਰ ਚੋਜ ਕਰਦਾ ਹੈ ਆਪ ਹੀ। ਮਨ ਮਹਿ ਆਪ ਮਨ ਆਪਣੇ ਮਾਹੇ, ਤੇ ਆਪ ਹੀ ਜੀਵ ਦੇ ਮਨ ਅੰਤਸ਼ ਕਰਨ ਦੇ ਵਿੱਚ ਤੇ ਆਪਣੇ ਆਪ ਹੀ ਮਨ ਆਤਮਾ ਦੇ ਵਿੱਚ ਤਾਣੇ ਪੇਟੇ ਵਾਂਗੂ ਭੇਦ ਰੂਪ ਹੈ। ਸੋ ਇਸ ਕਰਕੇ ਇਸ਼ਾਰਾ ਦਿੱਤਾ ਹੈ ਕਿ ਜਿਹੜਾ ਮਨ ਤੋਂ ਜੋਤ ਸਰੂਪ ਹੈ, ਇਹਦੇ ਵਿੱਚ ਜਿਹੜੀ ਚੇਤਨ ਸੱਤਾ ਹੈ ਉਹਦੇ ਵੱਲ ਇਸ਼ਾਰਾ ਦਿੱਤਾ ਹੈ। ਨਾਨਕ ਕੀਮਤ ਕਹਿਨ ਨਾ ਜਾਏ, ਸਤਿਗੁਰੂ ਜੀ ਕਥਨ ਕਰਦੇ ਨੇ ਉਸ ਵਾਹਿਗੁਰੂ ਦੀ ਪ੍ਰਾਪਤੀ ਦੀ ਕੀਮਤ ਕਹੀ ਨਹੀਂ ਜਾ ਸਕਦੀ ਭਾਈ। ਐਸਾ ਵਾਹਿਗੁਰੂ ਹੈ। ਸਤ 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 ਪ੍ਰਭ ਸੁਆਮੀ, ਉਹ ਵਾਹਿਗੁਰੂ ਪਹਿਲਾਂ ਵੀ ਸਤ ਸੀ, ਜਦੋਂ ਸੰਸਾਰ ਨਹੀਂ ਸੀ ਸਾਜਿਆ ਸਤ ਸਰੂਪ ਸੀ। ਜਦੋਂ ਸੰਸਾਰ ਸਾਜਿਆ ਉਸ ਵੇਲੇ ਵੀ ਸਤ ਸਰੂਪ ਹੈ। ਜਦੋਂ ਸੰਸਾਰ ਨਹੀਂ ਹੋਗਾ ਤਾਂ ਵੀ ਸਤ ਹੀ ਹੋਏਗਾ। ਉਹ ਪਰਮੇਸ਼ਰ ਵਾਹਿਗੁਰੂ ਪਹਿਲਾਂ ਵੀ ਸਤ ਸੀ, ਹੁਣ ਵੀ ਸਤ ਹੈ, ਅੱਗੇ ਨੂੰ ਵੀ ਸੁਆਮੀ ਮਾਲਕ ਸਤ ਹੀ ਰਹੇਗਾ। ਜਿਸ ਕਰਕੇ ਉਹ ਸੁਆਮੀ ਮਾਲਕ ਦਾ ਸਤ ਸਰੂਪ ਸਤ ਨਿਸ਼ਚੈ ਕੀਤਾ ਹੈ। ਉਹ ਸਤ ਸਰੂਪ ਨੂੰ ਜਾਣ ਕੇ ਸੱਚ ਸਰੂਪ ਹੀ ਹੋ ਗਿਆ ਹੈ। ਸਤ 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 ਪ੍ਰਭ ਸੁਆਮੀ, ਉਸ ਸਤ ਸੱਚੇ ਪ੍ਰਭੂ ਵਾਹਿਗੁਰੂ ਕਰਕੇ ਹੀ ਸਾਰਾ ਸੰਸਾਰ ਸਤ ਪ੍ਰਤੀਤ ਹੋ ਰਿਹਾ ਹੈ। ਉਹ ਸੁਆਮੀ ਮਾਲਕ ਵਾਹਿਗੁਰੂ ਤੇ ਉਹਦੀ ਸੋਚ ਵਿੱਚ ਸਤ ਸੱਚੇ ਬਣੋ, ਮਤਲਬ ਉਹਦੀ ਸੋਚ ਇਹੀ ਜੀ ਬਣਾ ਲਓ ਵੀ ਉਹ ਸੱਚ ਸਰੂਪ ਹੈ। ਤੇ ਇਸ ਪ੍ਰਕਾਰ ਸਤ ਸਤ ਦੁਆਰੇ ਬੋਲੋ ਜੀ ਫੇਤੀ। ਸਤ 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 ਪ੍ਰਭ ਸੁਆਮੀ, ਸਤ ਸੱਚੇ ਗੁਰੂ ਸਾਹਿਬ ਦੇ ਉਪਦੇਸ਼ ਦੁਆਰਾ ਜਿਸ ਨੇ ਸਤ ਸੱਚੇ ਵਾਹਿਗੁਰੂ ਗੁਰਮੰਤਰ ਨੂੰ ਜਪਿਆ, ਉਸ ਨੇ ਪ੍ਰਭੂ ਪਰਮੇਸ਼ਰ ਸੁਆਮੀ ਮਾਲਕ ਨੂੰ ਸਤ ਸੱਚ ਸਰੂਪ ਨਿਸ਼ਚੈ ਕੀਤਾ ਹੈ। ਗੁਰ ਪ੍ਰਸਾਦ ਕਿਨੈ ਰਖਿਆਨੀ, ਗੁਰੂ ਦੀ ਕਿਰਪਾ ਨਾਲ ਕਿਸੇ ਬਿਰਲੇ ਨਹੀਂ ਵਾਹਿਗੁਰੂ ਦੀ ਕੀਮਤ ਜਿਹੜੀ ਕੀਰਤੀ ਕਰਨੀ, ਇਹ ਜਿਹੜੀ ਬਖਿਆਨ ਕਰਨਾ ਕਥਨ ਕਰਨਾ ਕੀਤੀ ਹੈ, ਬਿਰਲੇ ਨੇ ਕੀਤੀ ਹੈ। ਜਿਹੜੇ ਰੋਜੀ ਰੋਟੀ ਵਾਸਤੇ ਨਹੀਂ, ਉਪਮਾ ਕਰਨ ਵਾਸਤੇ, ਉਹ ਬਿਰਲੇ ਹਨ ਜੀ। ਸੱਚ 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 ਸਭ ਕੀਨਾ, ਸੱਚਾ ਵਾਹਿਗੁਰੂ ਆਪ ਸੱਚ ਸਰੂਪ ਹੈ, ਜਿਸ ਨੇ ਸਭ ਸਾਰਾ ਕੁਝ ਸੱਚ ਸੱਚਾ ਹੀ ਕੀਨਾ ਕੀਤਾ ਹੈ। ਐਸਾ ਵਾਹਿਗੁਰੂ ਹੈ। ਕੋਟ ਮਧੇ ਕਿਨੈ ਵਿਰਲੇ ਚੀਨਾ, ਇਸ ਗਿਆਨ ਨੂੰ ਕਰੋੜਾਂ ਦੇ ਵਿੱਚੋਂ ਕਿਸੇ ਬਿਰਲੇ ਨਹੀਂ ਜਾਣਨਾ ਕੀਤਾ ਹੈ। ਚੀਨਾ ਨਾਮ ਜਾਣਨ ਦਾ ਜੇ। ਭਲਾ 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 ਤੇਰਾ ਰੂਪ, ਹੇ ਵਾਹਿਗੁਰੂ ਭਲਾ ਚੰਗੇ ਨੂੰ ਕਹਿੰਦੇ ਨੇ, ਤੇ ਭਲਾ ਇਹਨਾਂ ਮਨੁੱਖਾਂ ਦੇ ਵਿੱਚੋਂ ਕੁਝ ਲੋਕ ਧਰਮੀਆਂ ਨੂੰ ਭਲੇ ਕਿਹਾ, ਉਹਨਾਂ ਭਲਿਆਂ ਦੇ ਨਾਲੋਂ ਦੇਵਤਿਆਂ ਨੂੰ ਕਹਿੰਦੇ ਉਹ ਜ਼ਿਆਦਾ ਭਲੇ ਨੇ, ਪਰ ਉਹਨਾਂ ਦੇ ਨਾਲੋਂ ਵੀ ਦੇਵਤਿਆਂ ਦੇ ਨਾਲੋਂ ਮਨੁੱਖਾਂ ਦੇ ਨਾਲੋਂ ਤੇਰਾ ਜਿਹੜਾ ਰੂਪ ਹੈ ਵਾਹਿਗੁਰੂ, ਉਹ ਭਲਿਆਂ ਦਾ ਭਲਾ ਰੂਪ ਹੈ। ਸਾਰਿਆਂ ਤੋਂ ਭਲਾ ਤੇਰਾ ਰੂਪ ਹੈ ਮਹਾਰਾਜ, ਸਾਰਿਆਂ ਤੋਂ ਭਲਾ ਸ੍ਰੇਸ਼ਟ ਤੇਰਾ ਰੂਪ ਹੈ। ਸ੍ਰੇਸ਼ਟਾਂ ਤੋਂ ਸ੍ਰੇਸ਼ਟ ਜਿਹੜੇ ਸ੍ਰੇਸ਼ਟ ਨੇ, ਭਲਾ ਇਹ ਬੰਦਾ ਭਲਾ ਹੈ ਜੀ, ਬੜਾ ਸ੍ਰੇਸ਼ਟ ਹੈ। ਉਹਨਾਂ ਭਲਿਆਂ ਤੋਂ ਵੀ ਜਿਹੜੇ ਭਲੇ ਨੇ, ਦੇਵਤੇ ਆਦਿ ਬ੍ਰਹਮਾ ਵਿਸ਼ਨੂੰ ਸ਼ਿਵ ਜੀ, ਉਹਨਾਂ ਤੋਂ ਵੀ ਤੇਰਾ ਭਲਾ ਸਰੂਪ ਹੈ ਜੀ। ਅਤ ਸੁੰਦਰ ਅਪਾਰ ਅਨੂਪ, ਤੇ ਫਿਰ ਅਤੀ ਅੰਤ ਸੁੰਦਰ, ਪਾਰਾਵਾਰ ਤੋਂ ਰਹਿਤ ਉਪਮਾ ਤੋਂ ਰਹਿਤ ਤੇਰਾ ਸਰੂਪ ਹੈ। ਭਲਾ 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 ਤੇਰਾ ਰੂਪ, ਅਤ ਸੁੰਦਰ ਅਪਾਰ ਅਨੂਪ। ਭਲਾ ਚੰਗੇ ਗੁਰਾਂ ਪਾਸੋਂ ਭਲਾ ਚੰਗਾ ਉਪਦੇਸ਼ ਲੈਣ ਦੇ ਨਾਲ ਉਹਨਾਂ ਜਨਾਂ ਸੇਵਕਾਂ ਨੇ ਤੇਰਾ ਤੁਹਾਡਾ ਰੂਪ ਸਰੂਪ ਵੀ ਭਲਾ ਚੰਗਾ ਨਿਸ਼ਚੈ ਕੀਤਾ ਹੈ। ਆਪ ਜੀ ਦਾ ਸਰੂਪ ਅਤਿਅੰਤ ਸੁੰਦਰ ਸੋਹਣਾ ਅਪਾਰ ਪਾਰਾਵਾਰ ਤੋਂ ਰਹਿਤ ਹੈ,
ਤੇ ਉਪਮਾ ਤੋਂ ਰਹਿਤ ਹੈ ਜੀ। ਨਿਰਮਲ 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 ਤੇਰੀ ਬਾਣੀ। ਜਿਵੇਂ ਗੰਗਾ ਨੂੰ ਕਹਿੰਦੇ ਵੀ ਗੰਗਾ ਦਾ ਪਾਣੀ ਬੜਾ ਨਿਰਮਲ ਹੈ, ਪਵਿੱਤਰ ਜਾਣ ਕੇ ਮਰਿਆਂ ਦੇ ਮਰਨ ਲੱਗਿਆਂ ਦੇ ਮੂੰਹ 'ਚ ਪਾਉਂਦੇ ਐ। ਗੰਗਾ ਇਸ਼ਨਾਨ ਕਰਨ ਜਾਂਦੇ ਨੇ ਸਨਾਤਨ ਮਤ ਵਾਲੇ। ਹਿੰਦੂ ਮਤ ਦਾ ਬਹੁਤ ਯਕੀਨ ਹੈ, ਸਿੱਖ ਧਰਮ ਦਾ ਤੀਰਥ ਨਾਵਣ ਜਾਓ ਤੀਰਥ ਨਾਮ ਹੈ। ਪਰ ਇਹ ਗੰਗਾ ਨੂੰ ਪਵਿੱਤਰ ਮੰਨਿਆ। ਤਾਂ ਹੀ ਕਬੀਰ ਨੇ ਕਿਹਾ ਕਬੀਰ ਮਨ ਨਿਰਮਲ ਭਇਆ ਜੈਸੇ ਗੰਗਾ ਨੀਰ। ਨਿਰਮਲ ਤਾਂ ਹੈ ਹੀ ਹੈ। ਜਿਵੇਂ ਗੰਗਾ ਦਾ ਜਲ ਨਿਰਮਲ ਪਵਿੱਤਰ ਮੰਨਿਆ ਤੇ ਦੇਵਤੇ ਆਦਿਕ ਗੰਗਾ ਨਾਲੋਂ ਵੀ ਨਿਰਮਲ ਮੰਨੇ ਆ। ਤੇ ਨਿਰਮਲ ਦੇਵਤੇ ਨਿਰਮਲ। ਤੀਸਰਾ ਨਿਰਮਲ, ਇਹਨਾਂ ਨਿਰਮਲਾਂ ਦੇ ਵਿੱਚੋਂ ਤੁਹਾਡੀ ਨਾਮ ਰੂਪੀ ਬਾਣੀ ਨਿਰਮਲ ਉਜਲ ਹੈ। ਗੰਗਾ ਨਾਲੋਂ ਵੀ ਗੰਗਾ ਜਲ ਗੁਰੂ ਗੋਬਿੰਦ ਨਾਮ। ਗੁਰ ਜੈਸਾ ਨਾਹੀ ਕੋ ਦੇਵ। ਗੁਰਬਾਣੀ ਗੁਰੂ ਦਾ ਰੂਪ ਹੈ, ਦੇਵਤਿਆਂ ਤੋਂ ਵੀ ਪਵਿੱਤਰ ਹੈ। ਜਿਨ੍ਹਾਂ ਨੇ ਤੇਰੀ ਨਿਰਮਲ ਬਾਣੀ ਨੂੰ ਨਿਰਮਲ ਰੂਪ ਹੋ ਕੇ ਜਪਿਆ ਸੁੱਧ ਮਨ ਦੇ ਨਾਲ, ਉਹ ਮਾਇਆ ਦੀ ਮੈਲ ਤੋਂ ਰਹਿਤ ਨਿਰਮਲ ਉਜਲ ਹੋ ਜਾਂਦੇ ਨੇ। ਨਿਰਮਲ 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 ਤੇਰੀ ਬਾਣੀ। ਜਿਨ੍ਹਾਂ ਨੇ ਤੇਰੀ ਤੁਹਾਡੀ ਨਿਰਮਲ ਪਵਿੱਤਰ ਬਾਣੀ ਨੂੰ ਪੜ੍ਹਿਆ ਸੁਣਿਆ, ਉਹਨਾਂ ਦਾ ਮਨ ਤਨ ਨਿਰਮਲ ਅਤੇ ਬਾਣੀ ਕਰਕੇ ਵੀ ਨਿਰਮਲ ਉਜਲ ਹੋ ਜਾਂਦੇ ਨੇ। ਨਿਰਮਲ 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 ਤੇਰੀ ਬਾਣੀ। ਉਹਨਾਂ ਦਾ ਕਾਰਨ ਸਰੀਰ ਵੀ ਨਿਰਮਲ ਹੋ ਜਾਂਦਾ ਹੈ। ਉਹਨਾਂ ਦਾ ਅਸਥੂਲ ਸਰੀਰ ਵੀ ਉਜਲ ਹੋ ਜਾਂਦਾ ਹੈ। ਉਹਨਾਂ ਦਾ ਸੂਖਮ ਸਰੀਰ ਵੀ ਉਜਲ ਹੋ ਜਾਂਦਾ ਹੈ। ਨਿਰਮਲ 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 ਤੇਰੀ ਬਾਣੀ। ਧੁਰ ਦੀ ਬਾਣੀ ਪਿੱਛੇ ਵੀ ਨਿਰਮਲ ਸੀ, ਹੁਣ ਵੀ ਨਿਰਮਲ ਹੈ, ਅੱਗੇ ਨੂੰ ਵੀ ਨਿਰਮਲ ਹੋਏਗੇ। ਘਟ ਘਟ ਸੁਣੀ ਸ਼ਰਵਨ ਵਖਿਆਣੀ। ਤੁਹਾਡੀ ਬਖਿਆਣ ਕੀਤੀ ਹੋਈ ਜਿਹੜੀ ਬਾਣੀ ਹੈ, ਇਹ ਮਹਾਰਾਜ ਘਟਾਂ ਵਿੱਚ ਸਰਵਣਾ ਦੁਆਰਾ ਸੁਣੀ ਦੀ ਹੈ। ਐਦੋਂ ਕੋਈ ਹੋਰ ਬਾਣੀ ਪਵਿੱਤਰ ਨਹੀਂ ਹੈ। ਬਾਣੀਆਂ ਸਿਰ ਬਾਣੀ, ਇਹ ਸ਼੍ਰੋਮਣ ਹੈ, ਸਭਨਾਦ ਵੇਦ ਗੁਰਬਾਣੀ। ਇਸ ਕਰਕੇ ਇਹ ਵਿਖਿਆਨ ਕੀਤਾ ਗਿਆ ਵੀ ਬਾਣੀ ਗੁਰਬਾਣੀ ਜੋ ਹੈ ਪੂਰੇ ਸੰਸਾਰ ਦੇ ਵਿੱਚ ਇਹਨੂੰ ਬਾਣੀਆਂ ਸਿਰ ਬਾਣੀ ਐਵੇਂ ਨਹੀਂ ਕਿਹਾ ਹੈ। ਵੇਦ ਬਾਣੀ ਵੀ ਹੈ, ਹੋਰ ਬਾਣੀਆਂ ਵੀ ਹੈ, ਪਰ ਇਹ ਸਭ ਤੋਂ ਪਵਿੱਤਰ ਹੈ। ਮਹਾਰਾਜ ਇਹ ਤੇਰੀ ਨਿਰਮਲ ਬਾਣੀ ਹੈ, ਨਿਰਮਲ ਕਰਨ ਵਾਲੀ ਹੈ। ਪਵਿੱਤਰ 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 ਪੁਨੀਤ। ਪਵਿੱਤਰ ਉਜਲ ਦਾ ਨਾਮ ਹੈ। ਜੇ 3 ਵਾਰੀ ਪਵਿੱਤਰ ਪਵਿੱਤਰ ਕਹੀਏ ਤਾਂ ਇੱਕ ਪੁਨੀਤ ਬਣਦਾ ਹੈ। ਪਵਿੱਤਰ 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 ਪੁਨੀਤ। ਜੇ ਪੁਨੀਤ ਇੱਕ ਵਾਰੀ ਕਹਿਆ ਤਾਂ 3 ਵਾਰੀ ਪਵਿੱਤਰ ਪਵਿੱਤਰ ਕਹਿਣ ਦੀ ਲੋੜ ਨਹੀਂ। ਹੁਣ ਕੀ ਕਸਨੇ ਇਸ਼ਾਰਾ ਕੀ ਕਰਦੇ ਨੇ? ਗੁਰੂ ਅਰਜਨ ਦੇਵ ਜੀ ਕਹਿੰਦੇ ਨੇ ਮੇਰੇ ਗੁਰੂ ਰਾਮਦਾਸ ਜੀ ਬਹੁਤ ਪਵਿੱਤਰ, ਤੇ ਗੁਰੂ ਅਮਰਦਾਸ ਜੀ ਉਹ ਵੀ ਬਹੁਤ ਪਵਿੱਤਰ। ਗੁਰੂ ਅੰਗਦ ਦੇਵ ਜੀ ਉਹ ਵੀ ਬਹੁਤ ਪਵਿੱਤਰ ਨੇ, ਸਾਰਿਆਂ ਤੋਂ ਉਜਲਨ। ਪਰ ਧੰਨ ਗੁਰੂ ਨਾਨਕ ਦੇਵ ਜੀ ਉਹ ਪੁਨੀਤ ਨੇ, ਜਿਹੜੇ ਇਹਨਾਂ ਸਾਰਿਆਂ ਤੋਂ ਜ਼ਿਆਦਾ ਉਹ ਪਵਿੱਤਰ, ਜਿਨ੍ਹਾਂ ਨੇ ਇਹਨਾਂ ਨੂੰ ਪਵਿੱਤਰ ਕੀਤਾ। ਭਾਈ ਲਹਿਣੇ ਨੂੰ ਕੀਤਾ, ਉਹਨਾਂ ਨੇ ਅੱਗੇ ਕੀਤਾ। ਇਸ ਪ੍ਰਕਾਰ ਇਹ ਸਾਧ ਸੰਗਤ ਜਾਣਨਾ ਪਹਿਲਾਂ ਤਾਂ ਇਹ ਅਰਥ ਹੈ। ਤੇ ਇਸੇ ਪ੍ਰਕਾਰ ਤੇ ਪਵਿੱਤਰ ਪਵਿੱਤਰ ਦੁਆਰੇ ਬੋਲੋ ਜੀ। ਪਵਿੱਤਰ 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 ਪੁਨੀਤ। ਤੇ ਇਉਂ ਸਾਧ ਸੰਗਤ ਇੱਥੇ ਇਹ ਵੀ ਪਵਿੱਤਰ 3 ਵਾਰੀ ਕਿਹਾ ਹੈ। ਇਕੱਠੇ ਮਨੁੱਖ ਜਿਹੜੇ ਨੇ ਪੁਨੀਤ ਤੋਂ ਪੁਨੀਤ ਪਵਿੱਤਰ ਹੋ ਗਏ, ਜਿਹੜੇ ਤੁਰਿਆਪਾਦੀ ਅਵਸਥਾ ਪ੍ਰਾਪਤ ਕਰ ਲਈ। ਉਹ ਕਿਵੇਂ ਹੈ? ਕਹਿੰਦੇ ਜਿਹੜਾ ਵਿਸ਼ਵਨਾਮੇ ਜੀਵ ਹੈ ਇਹਦਾ ਭਾਵ ਛੱਡ ਦਿੱਤਾ, ਫਿਰ ਤੇਜਸ ਨਾਮੇ ਜੀਵ ਦਾ ਭਾਵ ਛੱਡ ਦਿੱਤਾ, ਫਿਰ ਪ੍ਰਗ ਨਾਮੇ ਜੀਵ ਦਾ ਭਾਵ ਛੱਡ ਦਿੱਤਾ, ਤੇ ਫਿਰ ਉਹ ਪੁਨੀਤ ਪਵਿੱਤਰ ਪਵਿੱਤਰ 3 ਵਾਰੀ ਹੋ ਗਿਆ ਪੁਨੀਤ। ਉਹ ਚੌਥੇ ਤੁਰੀਆ ਪਾਦੇ ਚ ਪਵਿੱਤਰਾਂ ਤੋਂ ਪਵਿੱਤਰ ਹੋ ਗਏ, ਤੁਰੀਆ ਪਦ ਪ੍ਰਾਪਤ ਹੋ ਗਿਆ ਹੈ। ਤੋ ਇਸ ਪ੍ਰਕਾਰ ਕਰਕੇ ਜਾਂ ਫਿਰ ਬੋਲ ਇਸੇ ਪ੍ਰਕਾਰ ਜੀ ਪਵਿੱਤਰ 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 ਪੁਨੀਤ। ਉਹ ਫਿਰ ਕੈਸੇ ਪਵਿੱਤਰ ਹੋ ਗਏ ਨੇ? ਉਹ ਆਪ ਵੀ ਪਵਿੱਤਰ ਹੋ ਗਏ, ਇੱਕ ਪਵਿੱਤਰ। ਦੂਸਰਾ ਪਵਿੱਤਰ ਉਹਨਾਂ ਦੀ ਮਾਤਾ ਪਿਤਾ ਉਹ ਵੀ ਪਵਿੱਤਰ ਹੋ ਗਏ। ਤੀਸਰਾ ਪਵਿੱਤਰ ਉਹਨਾਂ ਦੇ ਸੰਬੰਧੀ ਵੀ ਪਵਿੱਤਰ ਹੋ ਗਏ। ਤੇ ਆਪ ਉਹ ਸ੍ਰੇਸ਼ਟ ਸੰਤ ਜਨ ਮਹਾਤਮਾ ਜਨ ਉਹ ਤਾਂ ਪੁਨੀਤ ਹੋ ਗਏ ਨੇ, ਪਵਿੱਤਰ ਤਾਂ ਉਹ ਵੀ ਪਵਿੱਤਰ ਹੋ ਗਏ ਜਿਨ੍ਹਾਂ ਨੇ ਨਾਮ ਜਪਿਆ ਹੈ। ਨਾਮ ਜਪੈ ਨਾਨਕ ਮਨ ਪ੍ਰੀਤ। ਸਤਿਗੁਰੂ ਜੀ ਕਥਨ ਕਰਦੇ ਹੈ ਜਿਨ੍ਹਾਂ ਨੇ ਮਨ ਅੰਤਿਸ਼ ਕਰਨ ਦੀ ਪ੍ਰੀਤੀ ਦੇ ਨਾਲ ਪਰਮੇਸ਼ਰ ਦੇ ਨਾਮ ਨੂੰ ਜਿਨ੍ਹਾਂ ਨੇ ਜਪਣਾ ਕੀਤਾ ਹੈ, ਜਪੈ ਜੋ ਜਪਦੇ ਹਨ ਉਹਨਾਂ ਤੇ ਪਰਮੇਸ਼ਰ ਪ੍ਰਸੰਨ ਹੁੰਦਾ ਹੈ। ਨਾਮ ਦੀਆਂ ਮਹਿਮਨ ਸਾਧ ਸੰਗਤ ਜੀ ਸੁਖਮਨੀ ਸਾਹਿਬ ਦੇ ਪਾਠ ਦਾ ਹੀ ਬੇਅੰਤ ਮਹਾਤਮਾ ਹੈ। ਅੱਗੇ ਅਖੀਰ ਦੇ ਵਿੱਚ ਆਏਗਾ ਮਹਾਤਮੇ ਦਾ
ਪੜਨ ਵਾਲਿਆਂ ਨੂੰ ਕੀ ਲਾਭ ਪ੍ਰਾਪਤ ਹੁੰਦਾ ਹੈ। ਧੰਤਾ ਦੇ ਯੋਗ ਜਿਨ੍ਹਾਂ ਨੂੰ ਸੁਖਮਨੀ ਸਾਹਿਬ ਦਾ ਪਾਠ ਪ੍ਰਾਪਤ ਹੈ, ਪਰ ਸੁਖਮਨੀ ਸਾਹਿਬ ਦੀ ਕਥਾ 100 ਗੁਣਾ ਪੜਨ ਦੇ ਨਾਲੋਂ ਵੀ ਸਾਧ ਸੰਗਤ ਜੀ ਹਜ਼ਾਰਾਂ ਗੁਣਾ ਜ਼ਿਆਦਾ ਇਹਦੀ ਕਥਾ ਸੁਣਨ ਦਾ ਮਹਾਤਮ ਹੈ। ਗੁਰੂ ਕਿਰਪਾ ਕਰੇ। ਆਓ ਹੁਣ ਇੱਥੇ ਸਮਾਪਤੀ ਹੁੰਦੀ ਹੈ। ਭੁੱਲਾਂ ਚੱਕਾਂ ਦੀ ਸਤਿਗੁਰੂ ਮਹਾਰਾਜ ਸਾਹਿਬ ਜੀ ਖਿਮਾ ਬਖਸ਼ਣ। ਹਾਂ, ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਇਹ ਜਿਹੜੀ ਅਸ਼ਟਪਦੀ ਸਾਧ ਸੰਗਤ ਜੀ ਸਮਾਪਤ ਹੋਈ ਹੈ, ਇਹ 12ਵੀਂ ਅਸ਼ਟਪਦੀ ਹੈ। ਇਹਦਾ ਧਿਆਨ ਰੱਖਣਾ ਵੀ ਸੁਖਮਨੀ ਸਾਹਿਬ ਮੱਧ ਭਾਗ ਵਿੱਚ ਆ ਗਿਆ ਤੇ ਇਹਦਾ ਬੜਾ 12 ਅਸ਼ਟਪਦੀਆਂ ਹੋ ਗਈਆਂ, 12 ਰਹਿੰਦੀਆਂ। ਇਸ ਅਸ਼ਟਪਦੀ 12ਵੀਂ ਅਸ਼ਟਪਦੀ 992 ਅੱਖਰ ਨੇ ਇਹਦੇ, ਜਿਹੜੇ ਪੂਰੇ ਅੱਖਰ ਹੈ। ਪੈਰਾਂ ਵਾਲੇ ਜਿਹੜੇ ਰਾਰੇ ਨੇ ਉਹ 18 ਹੈ। ਅੱਧਾ ਅੱਖਰ ਜਿਹੜਾ ਉਹ ਸਿਰਫ ਇੱਕ ਆਇਆ। ਕੁੱਲ ਅੱਖਰ ਜਿਹੜਾ 1011 ਅੱਖਰਾਂ ਦੇ ਵਿੱਚ ਮਹਾਰਾਜ ਸਾਹਿਬ ਨੇ ਇਹ ਬ੍ਰਹਮ ਗਿਆਨ ਖਤਮ ਕੀਤਾ ਹੈ। ਬੜੀ ਮਹਾਨ ਕਿਰਪਾ ਕੀਤੀ ਹੈ। ਮਸਕੀਨੀਆਂ ਪਹਿਲਮਾਨ ਦੇ ਪ੍ਰਥਾएं ਸ਼ਲੋਕ ਉਚਾਰਨ ਕਰਕੇ ਹੰਕਾਰੀਆਂ ਦੀਆਂ ਗੱਲਾਂ ਦਸੀਆਂ। ਜਿਹੜਾ ਹੰਕਾਰ ਕਰਦੇ ਉਹਨੂੰ ਆਹ ਫਲ ਮਿਲਦਾ, ਆਹ ਮਿਲਦਾ। ਅਖੀਰ ਦੇ ਵਿੱਚ ਪ੍ਰਭੂ ਦੀ ਪ੍ਰਾਪਤੀ ਦਾ ਸਿੱਟਾ ਕੱਢਿਆ ਹੈ। ਗੁਰੂ ਕਿਰਪਾ ਕਰੇ। ਆਓ ਜੀ ਇੱਥੇ ਸਮਾਪਤੀ। ਭੁੱਲਾਂ ਚੁੱਕਾਂ ਦੀ ਸਤਿਗੁਰੂ ਮਹਾਰਾਜ ਸਾਹਿਬ ਜੀ ਖਿਮਾ ਕਰਨ ਜੀ। ਪਵਿੱਤਰ 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 ਪੁਨੀਤ ਨਾਮ ਜਪੈ ਨਾਨਕ ਮਨ ਪ੍ਰੀਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।